ਟੋਟਕ ਛੰਦ। ਗੁਰੂ ਨਾਨਕ ਧਿਆਨ ਸਦਾ ਕਰੀਐ, ਭਵ ਬੰਧਨ ਮੈਂ ਪੁਨ ਨਾ ਪਰੀਐ। ਸੁਖ ਸਾਗਰ ਰੂਪ ਜਾਗਰ ਜੋ, ਸਭ ਜੀਤਨ ਸੰਗੈ ਆਗਰ ਜੋ। ਟੋਟਕ ਛੰਦ। ਗੁਰੂ ਨਾਨਕ ਧਿਆਨ ਸਦਾ ਕਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਖਾਲਸਾ ਸਾਧ ਸੰਗਤ ਜੀ, ਜੁਗੋ ਜੁਗ ਅਟਲ ਗੁਰਤਾ ਕਦੀ ਤੇ ਸ਼ੁਭਾਏਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਹਜ਼ੂਰੇ ਅਨਵਰ ਪਾਤਸ਼ਾਹ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਸਤਿਗੁਰੂ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤੱਲਣ ਵਿਖੇ ਸੰਧਿਆ ਦੇ ਦੀਵਾਨ ਵਿੱਚ ਸਤਿਗੁਰੂ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿੱਚ ਹਾਜ਼ਰੀਆਂ ਲਵਾ ਰਹੇ ਹਾਂ। ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੋਹਣਾ ਸੁੰਦਰ ਇਤਿਹਾਸ, ਜਿਵੇਂ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਕਿੰਨਾਂ ਗ੍ਰੰਥਾਂ ਦੇ ਹਵਾਲੇ ਲੈ ਕੇ ਇਹ ਇਤਿਹਾਸ ਹੋਂਦ ਵਿੱਚ ਆਇਆ। ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਕਿਵੇਂ ਹਿੰਦਾਲੀਆਂ ਨੇ, ਕਬੀਰ ਪੰਥੀਆਂ ਨੇ ਰਲਾ ਪਾਇਆ, ਇਤਿਹਾਸ ਨੂੰ ਰਲਗੱਡ ਕੀਤਾ। ਔਰ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਭਾਈ ਗੁਰਦਾਸ ਜੀ ਦੀ ਬਾਣੀ ਤਥਾ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਤੋਂ ਪ੍ਰੇਰਨਾ ਲੈ ਕੇ ਕਿਵੇਂ ਕਵੀ ਜੀ ਨੇ ਸ਼ੁੱਧ ਇਤਿਹਾਸ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ, ਇਹ ਪ੍ਰਸੰਗ ਆਪਾਂ ਬੀਤੇ ਕੱਲ੍ਹ ਸਰਵਣ ਕੀਤਾ ਹੈ। ਆਓ ਅੱਗੇ ਜਿਵੇਂ ਸਤਿਗੁਰੂ ਜੀ ਦਾ 38ਵੇਂ ਅਧਿਆਏ ਦੇ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਸੋਹਣਾ ਸੁੰਦਰ ਇਤਿਹਾਸ ਆ ਰਿਹਾ ਹੈ, ਪਿਆਰ ਦੇ ਨਾਲ ਬੈਠ ਕੇ ਸਮੇਂ ਅਤੇ ਸਵਾਸਾਂ ਨੂੰ ਸਫਲੇ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਬਾਲਾ ਸੰਗੁਰ ਰਾਜ। ਭਾਈ ਬਾਲਾ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਅਨੰਦ ਸਿੱਖ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਗੁਰੂ ਕੀਆਂ ਸੰਗਤਾਂ ਨੂੰ ਗੁਰੂ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਖਡੂਰ ਸਾਹਿਬ ਦੀ ਧਰਤੀ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਇਤਿਹਾਸ ਦੀ ਕਥਾ ਸੁਣਾ ਰਹੇ ਹਨ। ਟੋਟਕ ਛੰਦ। ਗੁਰੂ ਨਾਨਕ ਧਿਆਨ ਸਦਾ ਕਰੀਐ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਦਾ ਹੀ ਮਨ ਦੇ ਵਿੱਚ ਧਿਆਨ ਧਾਰਨ ਕਰਨਾ ਚਾਹੀਦਾ ਹੈ। ਭਵ ਬੰਧਨ ਮੈਂ ਪੁਨ ਨਾ ਪਰੀਐ। ਜਿਸ ਧਿਆਨ ਦੇ ਧਾਰਨੇ ਕਰਕੇ ਮੁੜ ਕੇ ਸੰਸਾਰ ਦੇ ਬੰਧਨਾਂ ਦੇ ਵਿੱਚ ਨਹੀਂ ਪਿਆ ਜਾਂਦਾ। ਸਤਿਗੁਰੂ ਜੀ ਜਿਹੜੇ ਸੁੱਖਾਂ ਦਾ ਸਮੁੰਦਰ ਹਨ ਤੇ ਪ੍ਰਤੱਖ ਉਜਾਗਰ ਰੂਪ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹਨ। ਸਾਰੇ ਪ੍ਰਕਾਰ ਦੇ ਪਖੰਡਾਂ ਨੂੰ ਪਖੰਡੀਆਂ ਨੂੰ ਜਿੱਤਣ ਵਾਲੇ ਹਨ ਤੇ ਆਗਰ ਜੋ ਸ੍ਰੇਸ਼ਟ ਹਨ। ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਨ ਦਾ ਫਲ ਇਹ ਹੈ ਕਿ ਦੁੱਖ ਦਰਿਦਰ ਦੋਖ ਜਿੰਨੇ ਵੀ ਜੀਵ ਦੇ ਵਿੱਚ ਹੋਣ ਉਹਨਾਂ ਨੂੰ ਨਿਕੰਦਨ ਹੈ, ਉਹਨਾਂ ਨੂੰ ਕੱਟਣ ਵਾਲੇ ਨਾਸ਼ ਕਰਨ ਵਾਲੇ ਹਨ। ਐਸੇ ਸਤਿਗੁਰੂ ਜੀ ਦੇ ਕਮਲਾਂ ਵਰਗੇ ਜਿਹੜੇ ਚਰਨ ਹੈ ਉਹਨਾਂ ਦੀ ਬਹੁਤ ਸ਼ੋਭਾ ਹੈ। ਉਹਨਾਂ ਸ਼ੋਭਾਵਾਨ ਚਰਨਾਂ ਉੱਤੇ ਮੇਰੀ ਨਮਸਕਾਰ ਹੈ। ਸਤਿਗੁਰੂ ਜੀ ਸੁੱਖਾਂ ਦੇ ਮੂਲ ਹਨ, ਮੁਕਤੀ ਦੇ ਦਾਤੇ ਹਨ ਤੇ ਗਿਆਨ ਘਨ ਗਿਆਨ ਦੇ ਬੱਦਲ ਹਨ। ਜਿਹੜਾ ਵੀ ਸ਼ਰਨ ਆਗਤ ਸਤਿਗੁਰੂ ਜੀ ਦੀ ਸ਼ਰਨ ਆ ਗਿਆ ਸੋ ਉਹਦੇ ਅਗ ਓਗ ਹਨ। ਅਗ ਨਾਮ ਪਾਪਾਂ ਦਾ, ਓਗ ਨਾਮ ਸਾਰਿਆਂ ਦਾ, ਸਾਰੇ ਪਾਪ ਉਹਦੇ ਨਾਸ਼ ਕਰਦੇ ਹਨ ਗੁਰੂ ਜੀ।
ਇਸ ਸੰਸਾਰ ਦੇ ਵਿੱਚ ਸਤਿਗੁਰੂ ਨੇ ਜਿਸ ਕਾਰਨ ਕਰਕੇ ਅਵਤਾਰ ਲਿਆ ਹੈ, ਪ੍ਰਗਟ ਹੋਣਾ ਕੀਤਾ ਹੈ। ਅਬ ਕਾਰਜ ਤਾਇ ਸਪੂਰ ਕਰਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਹੁੰਦੇ ਹਨ ਉਹ ਕਾਰਜ ਨੂੰ ਸੰਪੂਰਨ ਕਰੀਏ, ਮਦ ਮੰਦ ਮੇਰੇ ਨਰ ਭੂਲ ਕਰਿਓ। ਕਿਉਂਕਿ ਦੇਖਦੇ ਆ ਕਿ ਸੰਸਾਰ ਦੇ ਵਿੱਚ ਬਹੁਤ ਮੰਦੀ ਮੱਤ ਵਾਲੇ ਲੋਕ ਮਿਲਦੇ ਆ। ਸੋ ਬੜਾ ਇਹਨਾਂ ਦੇ ਨਾਲ ਜਗਤ ਭਰਿਆ ਪਿਆ ਹੈ, ਜਾਂ ਜਿਹੜੇ ਮੰਦੀ ਮੱਤ ਵਾਲੇ ਨਿਰੇ ਖੋਟੀ ਮੱਤ ਵਾਲੇ ਹੀ ਹੈ, ਉਹਨਾਂ ਦੇ ਨਾਲ ਨਰਕ ਵੀ ਭਰੇ ਪਏ ਹਨ। ਇਕ ਕੈ ਨਰ ਕੀਰਤ ਸੇਤ ਕਰਿਓ। ਕਿਉਂ ਇਹਨਾਂ ਨੂੰ ਜੀਵਾਂ ਨੂੰ ਦੁਖੀ ਹੁੰਦੇ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਰੂਪ, ਕਥਾ ਰੂਪ, ਗੁਰਬਾਣੀ ਰੂਪ, ਕੀਰਤਨ ਰੂਪ ਦੇ ਵਿੱਚ ਆ ਸਤਸੰਗ ਦਾ ਇੱਕ ਪੁਲ ਬਣਾ ਦਿੱਤਾ ਹੈ। ਤੇ ਉਪਰ ਪਾਰ ਪਰੇ ਨਰ ਸੋ ਇਸ ਪੁਲ ਦੇ ਉੱਤੋਂ ਦੀ ਲੰਘ ਕੇ ਆ ਸਤਸੰਗ ਨੂੰ ਕਰਕੇ ਉਹ ਮਨੁੱਖ ਪਾਰ ਹੁੰਦੇ ਹਨ ਪਦ ਪੰਕਜ ਸੇਵਤ ਜੋ ਔਰ ਸੋ। ਜਿਹੜੇ ਸਤਿਗੁਰੂ ਜੀ ਦੇ ਕਮਲਾਂ ਵਰਗੇ ਚਰਨਾਂ ਨੂੰ ਹਿਰਦੇ ਕਰਕੇ ਸੇਵਦੇ ਹੈ, ਬਿਲਕੁਲ ਦਿਲ ਤੋਂ ਸਤਿਗੁਰੂ ਜੀ ਦੇ ਨਾਲ ਪ੍ਰੇਮ ਕਰਦੇ ਹਨ, ਸ਼ਰਧਾ ਭਾਵਨਾ ਰੱਖਦੇ ਹਨ, ਗੁਰ ਰੂਪ ਵਿਖੇ ਨਿਤ ਧਿਆਨ ਧਰੈ। ਔਰ ਸਦਾ ਹੀ ਸਤਿਗੁਰੂ ਜੀ ਦੇ ਪਵਿੱਤਰ ਸੋਹਣੇ ਸਰੂਪ ਦਾ ਧਿਆਨ ਧਰਦੇ ਹਨ। ਨਿਰਸੰਸ ਭਏ ਜਮ ਕੇ ਨਾ ਡਰੈ। ਉਹ ਫਿਰ ਨਿਰਸੰਸੇ ਹੋ ਜਾਂਦੇ ਆ, ਕਿਸੇ ਤਰ੍ਹਾਂ ਦਾ ਉਹਨਾਂ ਨੂੰ ਡਰ ਭੌ ਨਹੀਂ ਰਹਿੰਦਾ, ਜਮਾਂ ਦਾ ਵੀ ਡਰ ਨਹੀਂ ਰਹਿੰਦਾ। ਨਿਵਸੇ ਪੁਰ ਸੁਲਤਾਨ ਦੇ। ਫਿਰ ਅੱਗੇ ਇਤਿਹਾਸ ਦੀ ਲੜੀ ਸ਼ੁਰੂ ਕਰਦੇ ਆ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮੋਦੀਖਾਨਾ ਛੱਡ ਛਡਾ ਕੇ ਘਰ ਪਰਿਵਾਰ ਨੂੰ ਤਿਆਗ ਕੇ ਬਾਹਰ ਉਜਾੜ ਜੰਗਲ ਬਿਆਬਾਨ ਕਬਰਸਤਾਨਾਂ ਵਿੱਚ ਬੈਠੇ ਸਨ। ਉੱਥੋਂ ਇਹ ਸੋਚ ਕੇ ਚੱਲ ਪਏ ਵੀ ਚੱਲ ਮਰਦਾਨਿਆਂ, ਹੁਣ ਆਪਾਂ ਜਗਤ ਦਾ ਉਧਾਰ ਕਰਨਾ ਹੈ, ਜਿਸ ਕਾਰਜ ਵਾਸਤੇ ਇਸ ਦੁਨੀਆ ਵਿੱਚ ਆਏ ਹੈ ਉਹ ਕਾਰਜ ਨੂੰ ਸੰਪੂਰਨ ਕਰੀਏ। ਇਹ ਸੋਚ ਕੇ ਸੁਲਤਾਨਪੁਰ ਨਗਰ ਤੋਂ ਬਾਹਰ ਨਿਕਲ ਪਏ। ਮਰਦਾਨਾ ਸੰਗਦੀਨ। ਭਾਈ ਮਰਦਾਨਾ ਜੀ ਆਪਣੇ ਪਿਆਰੇ ਸਾਥੀ ਨੂੰ ਨਾਲ ਲਿਆ ਹੈ। ਕਮਲਾਨਨ ਦੇ ਪਦ ਭਣੇ। ਸੋਹਣੇ ਕਮਲ ਵਰਗੇ ਮੁਖੜੇ ਤੋਂ ਸਤਿਗੁਰੂ ਸਾਹਿਬ ਜੀ ਨੇ ਬਚਨ ਆਖੇ। ਸ੍ਰੀ ਗੁਰ ਪਰਮ ਪ੍ਰਵੀਨ। ਸ਼ੋਭਾ ਵਾਲੇ ਸਤਿਗੁਰੂ ਨਾਨਕ ਦੇਵ ਜੀ ਜਿਹੜੇ ਪਰਮ ਪ੍ਰਵੀਨ, ਸਿਆਣਿਆਂ ਤੋਂ ਵੀ ਸਿਆਣੇ, ਸਭ ਤੋਂ ਸਿਆਣੇ ਹਨ। ਤੋਲ ਗਜੰਦ ਚਲ ਬੇਟ ਚਾਹੋਂ ਕਿ ਤੁਮ। ਸਤਿਗੁਰੂ ਪੁੱਛਦੇ ਆ, ਕਹਿੰਦੇ ਭਾਈ ਮਰਦਾਨਾ ਜੀ ਦੱਸੋ ਕਿੱਧਰ ਨੂੰ ਚੱਲਣ ਨੂੰ ਮਨ ਕਰਦਾ ਤੁਹਾਡਾ? ਹਲ ਦੇਵ ਬਤਾਏ ਚਲੇ ਕਿ ਤੁਮ। ਕਹਿੰਦੇ ਹੁਣ ਸਾਨੂੰ ਦੱਸ ਦਿਓ, ਆਪਾਂ ਉਧਰ ਨੂੰ ਚੱਲ ਪਵਾਂਗੇ। ਨਿਰਦਾਸ ਧਾਰਨ ਕਾਜ ਚਲੇ। ਸੋ ਆਪਣੇ ਦਾਸਾਂ ਨੂੰ, ਸੇਵਕਾਂ ਨੂੰ ਉਦਾਹਰਨ ਦੇ ਲਈ, ਪਾਰ ਉਤਾਰਾ ਕਰਨ ਲਈ ਇਸ ਕਾਰਜ ਲਈ ਚੱਲੇ ਹਨ। ਬਹੁ ਮਾਨੁ ਕੇ ਜਿਨ ਦੁਖ ਦਰੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਬਹੁਤ ਸਾਰੇ ਮਾਨਵਾਂ ਦੇ, ਬਹੁਤ ਸਾਰੇ ਮਨੁੱਖਾਂ ਦੇ ਦੁੱਖਾਂ ਨੂੰ ਦਲਣਾ ਕੀਤਾ ਹੈ। ਦੁਈਆ ਛੰਦ ਕਹਿ ਮਰਦਾਨਾ ਜਿਤ ਨਿਤ ਇੱਛਾ। ਸਤਿਗੁਰੂ ਪਾਤਸ਼ਾਹ ਜੀ ਤੋਂ ਵਚਨ ਸੁਣ ਕੇ ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਜਿੱਧਰ ਆਪ ਜੀ ਦੀ ਇੱਛਾ ਹੈ। ਬਚੋ ਸਵਸ ਸਰੀਰਾ। ਮਹਾਰਾਜ ਸਵੱਛ ਸਰੀਰ ਵਾਲੇ, ਉਜਲ ਸਰੀਰ ਵਾਲੇ, ਆਪ ਜੀ ਸੋਹਣੇ ਸਰੀਰ ਵਾਲੇ ਸਤਿਗੁਰੂ ਜੀ ਉਧਰ ਨੂੰ ਚੱਲ ਪੋ ਜਿੱਧਰ ਨੂੰ ਇੱਛਾ ਹੈ। ਆਗੇ ਤਉ ਪਾਛੈ ਹਾਂ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਤੇ ਮੈਂ ਪਿੱਛੇ ਚੱਲਾਂਗਾ। ਕਲ ਹਾਂ ਸ੍ਰੀ ਕਬ ਗੁਨੀ ਲੀਲਾ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਪਿੱਛੇ ਪਿੱਛੇ ਚੱਲਾਂਗਾ, ਗੁਣਾਂ ਦੇ ਸਾਗਰ ਜੀਓ। ਜਗ ਗੁਰ ਕੈ ਈਮਨਾ ਵਾਤੁ। ਜਗਤ ਗੁਰੂ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਕਿ ਚੱਲ ਭਾਈ ਏਮਨਾਬਾਦ ਨੂੰ ਚੱਲਦੇ ਹਾਂ। ਕੀਕ ਨਰ ਨਗਰ ਔਰ ਰਖੀਏ। ਇਹ ਜਾਣ ਲਓ ਮਨ ਦੇ ਵਿੱਚ ਏਮਨਾਬਾਦ ਇੱਕ ਨਗਰ ਦਾ ਨਾਂ ਹੈ। ਤੈਤ ਖਾਣੇ ਕਲੋ ਕਸਈ। ਉੱਥੇ ਇੱਕ ਤਰਖਾਣਾ ਕੰਮ ਕਰਨ ਵਾਲਾ ਮਿਸਤਰੀ ਭਾਈਚਾਰੇ ਦੇ ਵਿੱਚੋਂ, ਤਰਖਾਣ ਭਾਈਚਾਰੇ ਦੇ ਵਿੱਚੋਂ ਭਾਈ ਲਾਲੋ ਨਾਮ ਦਾ ਸਿੱਖ ਰਹਿੰਦਾ ਹੈ। ਚਲੋ ਪ੍ਰਾਤ ਤੇ ਵਿਖੀਏ। ਚਲੋ ਜਲਦੀ ਦੇ ਨਾਲ ਪਹਿਲਾਂ ਆਪਾਂ ਉਹਨੂੰ ਜਾ ਕੇ ਦੇਖੀਏ। ਏਕ ਦਿਖੈ ਕਰ ਕਮਲ ਬਦਨ ਦੇ। ਇਉਂ ਕਹਿ ਕੇ ਸਤਿਗੁਰੂ ਨੇ ਆਪਣੇ ਸੋਹਣੇ ਕਮਲ ਸਰੀਖੇ ਮੁਖੜੇ ਤੋਂ ਮੰਦ ਮੰਦ ਗਤ ਜਾਏ। ਵਚਨ ਕਹਿ ਦਿੱਤੇ ਤੇ ਮੰਦ ਮੰਦ ਗਤੀ ਦੇ ਨਾਲ, ਹੌਲੀ ਹੌਲੀ ਚਾਲ ਦੇ ਨਾਲ ਚੱਲ ਪਏ। ਅਦਲੀ ਮੈਂ ਪਦ ਪੰਕਜ ਸੁੰਦਰ। ਇਸ ਪ੍ਰਿਥਵੀ ਦੇ ਉੱਤੇ, ਇਸ ਧਰਤੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਕਮਲ ਬੜੇ ਸੁੰਦਰ ਹਨ। ਦਾਸ
ਦੇ ਜੋ ਵਸਾਏ। ਜਿਹੜੇ ਸੇਵਕ ਸਿੱਖਾਂ ਨੇ ਆਪਣੇ ਚਰਨਾਂ ਵਿੱਚ ਆਪਣੇ ਦਿਲਾਂ ਦੇ ਵਿੱਚ ਸਤਿਗੁਰੂ ਜੀ ਦੇ ਚਰਨ ਵਸਾਏ ਹੈ, ਉਹ ਧਰਤੀ ਦੇ ਉੱਤੇ ਹੌਲੀ ਹੌਲੀ ਰੱਖ ਕੇ ਤੁਰ ਰਹੇ ਹਨ। ਬਾਸਰ ਦਸ ਸਤਿ ਮੈਂ ਇਸ ਪ੍ਰਕਾਰ 10 ਅਤੇ 7 17 ਦਿਨਾਂ ਦੇ ਵਿੱਚ ਆਂਦੇ ਨਗਰ ਏਮਨਾਬਾਦ ਸੁਲਤਾਨਪੁਰ ਤੋਂ ਚੱਲ ਕੇ ਏਮਨਾਬਾਦ ਨਗਰ ਸਤਿਗੁਰੂ ਜੀ 17 ਦਿਨਾਂ ਵਿੱਚ ਪਹੁੰਚੇ। ਗਏ ਸਦਨ ਤੇ ਜੋਗਨ ਬੰਧਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਘਰ ਚਲੇ ਗਏ, ਜਿਹੜੇ ਦੁੱਖਾਂ ਨੂੰ ਕੱਟਣ ਵਾਲੇ ਹਨ। ਸਤਿਗੁਰੂ ਸੇਵਕ ਦਾ ਅਹਲਾਦੂ ਆਪਣੇ ਸੇਵਕਾਂ ਨੂੰ ਜਿਹੜੇ ਸਦਾ ਹੀ ਪ੍ਰਸੰਨਤਾ ਖੁਸ਼ੀਆਂ ਬਖਸ਼ਣ ਵਾਲੇ ਹਨ। ਹੀਰ ਮੁਖਾਰ ਪਿੰਡ ਪਾਖੰਡ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਮੁਖਾਰਬਿੰਦ ਤੱਕ ਕੇ ਦਰਸ਼ਨ ਕਰਕੇ ਇਹ ਭਾਈ ਲਾਲੋ ਸਾਹਮਣੇ ਖੜਾ ਹੋ ਗਿਆ। ਪਦ ਬੰਦਨ ਕਰ ਬੰਦੇ। ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ। ਦਰਸ਼ਨ ਲੋਕ ਦਸਾਂਦ ਭਈ ਮਨ। ਦਰਸ਼ਨ ਕਰਕੇ ਸਤਿਗੁਰੂ ਜੀ ਦੇ ਭਾਈ ਲਾਲੋ ਦੇ ਮਨ ਵਿੱਚ ਸ਼ਾਂਤੀ ਆ ਗਈ ਲਾਲੋ ਦੇ ਅੰਦੇ। ਤੇ ਮਨ ਦੇ ਵਿੱਚ ਮਾਨੋ ਸਾਧ ਸੰਗਤ ਜੀ ਬਹੁਤ ਪ੍ਰੇਮ ਪੈਦਾ ਹੋ ਗਿਆ, ਬੜੀਆਂ ਖੁਸ਼ੀਆਂ ਹੋਈਆਂ। ਚਿਤ ਕਰਤਾਰ ਨਿਤ ਰਹਿ ਲੋਕ। ਸਤਿਗੁਰੂ ਨੇ ਅਸੀਸ ਦਿੱਤੀ ਕਿ ਭਾਈ ਲਾਲੋ ਤੈਨੂੰ ਸਦਾ ਕਰਤਾਰ ਚੇਤੇ ਰਹੇ, ਰੱਬ ਚੇਤੇ ਆਵੇ। ਬੈਸਤ ਲਬੋ ਕਰੀਏ। ਤੁਸੀਂ ਆਪਣੀ ਬੈਠ ਕੇ ਜਿਹੜੀ ਇਹ ਕਿਰਤ ਕਮਾਈ ਕਰਦੇ ਹੋ, ਇਹ ਕਰਦੇ ਰਹੋ। ਬੋਲਤ ਲਾਲੋ ਆਏ ਕਿਤ ਤੇ। ਭਾਈ ਲਾਲੋ ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਿਸ ਜਗ੍ਹਾ ਤੋਂ ਆਏ ਹੋ? ਕਰਨਾ ਸਦਨ ਕਰੀਏ। ਇਹ ਆਪ ਜੀ ਕਿਰਪਾ ਕਰਕੇ ਕਿਰਪਾ ਦੇ ਘਰ ਮੈਨੂੰ ਉਚਾਰ ਕੇ ਦੱਸੋ। ਬੇਸਕੂਲ ਬਰੂਪ ਅਨੁਪਮਾ। ਆਪ ਜੀ ਦਾ ਜਿਹੜਾ ਵੇਸ ਹੈ, ਭੇਖ ਹੈ, ਇਹ ਅਪੂਰਬ ਹੈ, ਪੂਰਬਲੇ ਭੇਖਾਂ ਵਰਗਾ ਨਹੀਂ, ਉਹਨਾਂ ਤੋਂ ਵੱਖਰਾ ਹੈ। ਤੇ ਆਪ ਜੀ ਦਾ ਜਿਹੜਾ ਰੰਗ ਰੂਪ ਇਹ ਵੀ ਉਪਮਾ ਤੋਂ ਰਹਿਤ ਅਨੁਪਮ ਹੈ। ਮਦਰ ਮੁਕਰ ਗਤ ਦੇਨਾ। ਤੇ ਆਪ ਜੀ ਦੇ ਮੁਖੜੇ ਤੋਂ ਜਿਹੜੇ ਬਚਨ ਨਿਕਲਦੇ ਆ ਬੜੇ ਮਧੁਰ, ਬੜੇ ਮਿੱਠੇ ਹੈ ਔਰ ਮੁਕਤੀ ਦੇਣ ਵਾਲੇ ਹਨ। ਕੀਟ ਨਿਰੰਤਰ ਮੀਤ ਬਦੀ ਮੁਝ। ਤੇ ਮਹਾਰਾਜ ਸੱਚੇ ਪਾਤਸ਼ਾਹ ਨਿਰੰਤਰ ਹੀ ਇੱਕ ਰਸ ਮੇਰੇ ਹਿਰਦੇ ਦੇ ਵਿੱਚ ਪ੍ਰੀਤੀ ਵੱਧ ਗਈ ਹੈ। ਤੇਰ ਤੋ ਬਤ ਰਹਿਣਾ। ਆਪ ਜੀ ਦੇ ਦਰਸ਼ਨ ਕਰ ਕਰਕੇ ਮਨ ਨੂੰ ਚੈਨ ਮਿਲਦਾ ਹੈ। ਨਾਨਕ ਪਰਦੇਸੀ ਹਮ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਾਈ ਲਾਲੋ ਅਸੀਂ ਤਾਂ ਪਰਦੇਸੀ ਲੋਕ ਹਾਂ, ਨਹੀਂ ਨਗੇ ਤੁਮੇ। ਆ ਨੇੜੇ ਤੇੜੇ ਸਾਡੇ ਘਰ ਨਹੀਂ ਹਨ, ਬਹੁਤ ਦੂਰ ਹਨ। ਲਖੋ ਬੇਸ ਦਰਵੇਸ਼ ਹਮਾਰੋ। ਤੇ ਜਿਹੜਾ ਸਾਡਾ ਭੇਖ ਹੈ ਇਹ ਕਹਿੰਦੇ ਦਰਵੇਸ਼ਾਂ ਵਾਲਾ ਜਾਣ ਲਓ। ਦੇਸ ਵਿਦੇਸ਼ ਨਗੇ ਰਹਿ। ਤੇ ਦੇਸ਼ਾਂ ਵਿਦੇਸ਼ਾਂ ਨੂੰ ਦੇਖਣ ਵਾਸਤੇ, ਸੈਰ ਸਪਾਟੇ ਵਾਸਤੇ ਅਸੀਂ ਨਿਕਲੇ ਹਾਂ। ਸ਼ਬੈ ਦਰਸ਼ਨ ਪਰਸਨ ਬਿਗਤ ਕਰਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਰਸਨ ਕਰਨ ਦੇ ਨਾਲ ਜਿਹੜੇ ਸਾਧ ਸੰਗਤ ਜੀ ਵੱਡੇ ਵੱਡੇ ਪਾਪ ਮਿਟ ਜਾਂਦੇ ਹਨ। ਸੁਭ ਬਦਨ ਬਿਰਾਜੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਸੋਹਣੇ ਮੁਖੜੇ ਵਾਲੇ, ਸੋਹਣਾ ਮੁਖੜਾ ਉਹਨਾਂ ਦਾ ਪ੍ਰਕਾਸ਼ ਦੇ ਸਹਿਤ ਖਿੜ ਰਿਹਾ ਹੈ। ਜਨਮ ਮਰਨ ਭਵ ਮਦ ਨਿਸ਼ਟ ਕਰੇ। ਔਰ ਜਨਮ ਮਰਨ ਜਿਹੜਾ ਇਹ ਸੰਸਾਰ ਦੇ ਵਿੱਚ ਹੈ ਉਹਨੂੰ ਨਸ਼ਟ ਕਰ ਦਿੰਦੇ, ਖਤਮ ਕਰ ਦਿੰਦੇ ਹਨ। ਤਨ ਤਨ ਸਾਜੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਤਨ ਹੈ ਬੜੀ ਸ਼ੋਭਾ ਵਾਲਾ ਹੈ। ਹਮ ਸਰ ਨਰ ਹਬ ਕਰਤ ਤਨੈ। ਕਿਉਂ ਸਾਡੇ ਵਰਗੇ ਜਿਹੜੇ ਮਨੁੱਖ ਪਾਪੀ ਹੈ, ਸੋ ਕਹਿੰਦੇ ਉਹਨਾਂ ਦੇ ਦਰਸ਼ਨ ਕਰਦੇ ਹਨ ਜਦੋਂ। ਤਨੈ ਅਪਵਰਗ ਉਦਾਰੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਦਾਰ ਹੋ ਕੇ ਮੁਕਤੀ ਬਖਸ਼ਦੇ ਹਨ। ਉਪਜਤ ਸੁਖ ਔਰ ਮਤ ਸੁਨਤਾ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੇ ਵਿੱਚ ਬੋਲ ਸੁਣੀਦੇ ਆ ਤੇ ਸੁਖ ਪ੍ਰਾਪਤ ਹੁੰਦਾ ਹੈ। ਹਮ ਬਚਨ ਤਿਹਾਰੈ। ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਵਚਨ ਹੈ ਉਹ ਸੁਖ ਦੇਣ ਵਾਲੇ ਹਨ। ਸੁਖ ਕੰਦ ਮੁਕੰਦ ਜੋ ਸੰਤ ਹੋ। ਮਹਾਰਾਜ ਆਪ ਜੀ ਸੁੱਖਾਂ ਦੇ ਦਾਤੇ, ਮੁਕਤੀ ਦੇ ਦਾਤੇ, ਸੰਤ ਸਰੂਪ ਹੋ। ਨਾਮ ਕਾਰਨ ਨਿਜ ਕਰੋ। ਮਹਾਰਾਜ ਆਪ ਜੀ ਕਿਰਪਾ ਕਰਕੇ ਆਪਣਾ ਨਾਮ ਉਚਾਰ ਕੇ ਦੱਸੋ। ਤੁਮ ਚਰਨ ਸ਼ਰਨ ਮਨ ਪਰਨ। ਮਹਾਰਾਜ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਮੇਰਾ ਮਨ ਪੈ ਗਿਆ ਹੈ। ਮਮ ਕਰਨਾ ਕਰ। ਆਪ ਜੀ ਮੇਰੇ ਉੱਤੇ ਕਿਰਪਾ ਕਰੋ। ਕਰੁਣਾ ਕਰੋ। ਆਪ ਜੀ ਕਿਰਪਾ ਦੇ ਘਰ ਦੇ ਵਿੱਚ ਆਓ। ਦੋਹਰਾ
ਬੋਲੇ ਸ੍ਰੀ ਮੁਖ ਸੋ ਬਚਨ ਸਤਿਗੁਰੂ ਪਾਤਸ਼ਾਹ ਉਸ ਵੇਲੇ ਮੁਖੋਂ ਬਚਨ ਬੋਲੇ। ਜਾਣ ਜਾਉਂਗੇ ਆਪ ਕਹਿਣ ਲੱਗੇ ਭਾਈ ਆਪੇ ਜਾਣ ਜਾਓਗੇ ਅਸੀਂ ਕੌਣ ਹਾਂ। ਤਬ ਬੈਸੋ ਕਿਰਤ ਕੋ ਕਰ ਤੁਸੀਂ ਬੈਠੋ ਤੇ ਆਪਣੀ ਕਿਰਤ ਕਮਾਈ ਕਰੋ। ਹਰ ਹਰ ਜਪੀਏ ਜਾਪ ਤੇ ਕਿਰਤ ਕਰਦਿਆਂ ਹਰੀ ਹਰੀ ਜਪੋ, ਵਾਹਿਗੁਰੂ ਵਾਹਿਗੁਰੂ ਜਪੋ। ਹੋਈਆ ਛੰਦ ਪ੍ਰਗਟਿਓ ਤਪਾ ਏਕ ਸ੍ਰੀ ਨਾਨਕ ਭਾਈ ਲਾਲੋ ਜੀ ਕਹਿਣ ਲੱਗੇ ਵੀ ਮੈਂ ਸੁਣਿਆ ਹੈ ਵੀ ਇੱਕ ਤਪਾ ਸਤਿਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਇਆ ਹੈ। ਆਸਤ ਹੋ ਤੁਮ ਸੋ ਮੈਨੂੰ ਤਾਂ ਤੁਸੀਂ ਉਹੀ ਲੱਗਦੇ ਹੋ, ਮੈਂ ਸਮਾਨ ਰਾਵਰ ਕੋ ਦੀਸੈ ਕਿਉਂਕਿ ਆਪ ਜੀ ਦੇ ਸਮਾਨ, ਆਪ ਜੀ ਦੇ ਬਰਾਬਰ ਹੋਰ ਕੋਈ ਦਿਖਾਈ ਨਹੀਂ ਦਿੰਦਾ। ਜੋ ਦਸ ਦਿਸ ਜੋ ਭਾਵੇਂ ਕੋਈ 10 ਦਿਸ਼ਾਵਾਂ ਦੇ ਵਿੱਚ ਜਾ ਕੇ ਖੋਜ ਲਵੇ। ਤੰਦਪ ਕੀ ਤੁਮਰੇ ਬਿਨ ਭਾਖੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਆਪ ਜੀ ਦੇ ਬੋਲੇ ਤੋਂ ਬਿਨਾ ਮੈਂ ਆਪ ਪ੍ਰਤੀਤੂ ਮੇਰੇ ਦਿਲ ਨੂੰ ਇਹ ਪ੍ਰਤੀਤੀ ਨਹੀਂ ਆ ਰਹੀ, ਵਿਸ਼ਵਾਸ ਨਹੀਂ ਵੱਜ ਰਿਹਾ। ਮੈਂ ਮਰਦਾਨਾ ਜਾਨੋ ਸੋ ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਭਾਈ ਉਹੀ ਜਾਣ ਲਓ, ਇਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਹਨ। ਸ਼ਰਦਾ ਰੱਖੋ ਸ਼ਰਦਾ ਕੀਤੋ ਤੇ ਆਪਣੇ ਹਿਰਦੇ ਦੇ ਵਿੱਚ ਸ਼ਰਧਾ ਰੱਖੋ ਇਹਨਾਂ ਤੇ। ਸ਼ੰਕਰ ਸ਼ੰਕਰ ਛੰਦ ਸੁਣ ਕਰ ਕੈਦ ਪਇਓ ਬਚਲਾਲੋ ਸੁਣ ਕੇ ਭਾਈ ਲਾਲੋ ਜੀ ਨੇ ਬਚਨ ਆਖੇ। ਪਵਨ ਵਰਨ ਤਮ ਨਾਮੋ ਕਹਿਣ ਲੱਗਾ ਜੀ ਕੌਣ ਤੁਹਾਡਾ, ਕਿਹੜਾ ਤੁਹਾਡਾ ਵਰਨ ਹੈ ਔਰ ਕੀ ਤੁਹਾਡਾ ਨਾਮ ਹੈ। ਸਰਬ ਬਦਾਂਤ ਜਨਾਬੋ ਆਪਣਾ ਆਪਣੇ ਬਾਰੇ ਸਾਰਾ ਹਾਲ ਦੱਸੋ। ਇਹ ਤਾਨਕ ਧਾਮ ਕਿਸ ਸਥਾਨ ਦੇ ਉੱਤੇ ਤੁਹਾਡੇ ਘਰ ਹਨ। ਮਰਦਾਨਾ ਲਖਨਾ ਹਮਾਰਾ ਭਾਈ ਮਰਦਾਨਾ ਜੀ ਕਹਿਣ ਲੱਗੇ ਮੇਰਾ ਨਾਮ ਮਰਦਾਨਾ ਜਾਣ ਲੈ, ਬਿਦਰ ਦਿਨ ਕੇ ਸਾਥ ਮੈਂ ਹਮੇਸ਼ਾ ਇਹਨਾਂ ਦੇ ਨਾਲ ਹੀ ਵਿਚਰਦਾ ਹਾਂ। ਵੇਦੀ ਕੁਲ ਕੋ ਚੀਨ ਮੇਰਾਸੀ ਇਹਨਾਂ ਦੀ ਵੇਦੀ ਕੁਲ ਹੈ ਤੇ ਮੈਂ ਇਹਨਾਂ ਦੀ ਵੇਦੀ ਕੁਲ ਦਾ ਮਰਾਸੀ ਹਾਂ। ਨਾਨਕ ਜੀ ਮਮਨਾਥ ਔਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਮਾਲਕ ਹਨ। ਭਈਆ ਚੰਦ ਬੰਦ ਉਬੈ ਕਰ ਬੰਧਨ ਕੀਨੀ ਉਸ ਵੇਲੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਸੁਨ ਕਰ ਲਾਲੋ ਤਬੀ ਭਾਈ ਲਾਲੋ ਜੀ ਨੇ ਉਸ ਵੇਲੇ ਸੁਣ ਕੇ ਸੀਸ ਕਰਿਓ ਪਰ ਕਰਿਓ ਪਰ ਆਪਣਾ ਸਿਰ ਸਤਿਗੁਰੂ ਜੀ ਦੇ ਚਰਨਾਂ ਉੱਤੇ ਰੱਖ ਦਿੱਤਾ। ਪ੍ਰਾਪਤ ਨਿਚਾ ਦਬੀ ਜਦੋਂ ਵਿਸ਼ਵਾਸ ਹੋ ਗਿਆ, ਨਿਸ਼ਚਾ ਹੋ ਗਿਆ ਹਿਰਦੇ ਵਿੱਚ ਪੂਰਾ, ਸਾਧਕ ਸੋ ਤਬ ਮੰਚ ਰਸਾਵਾ ਬਹੁਤ ਆਦਰ ਸਤਿਕਾਰ ਦੇ ਨਾਲ ਫਿਰ ਪਲੰਘ ਢਾ ਦਿੱਤਾ। ਬੈਸ ਗਏ ਤੇ ਕਾਲਾ ਸਤਿਗੁਰੂ ਪਾਤਸ਼ਾਹ ਜੀ ਉਹਦੇ ਉੱਤੇ ਬਿਰਾਜਮਾਨ ਹੋ ਕੇ ਬੈਠ ਗਏ। ਸੋ ਸਾਗਰ ਪੂਰਨ ਜਗਦੀਸ਼ਾ ਸਤਿਗੁਰੂ ਜੀ ਜਿਹੜੇ ਸੁੱਖਾਂ ਦੇ ਸਮੁੰਦਰ ਹਨ, ਪੂਰਨ ਸਤਿਗੁਰੂ ਹਨ, ਜਗਤ ਦੇ ਮਾਲਕ ਹਨ ਦਰਸ਼ਨ ਕਰਨ ਨਿਹਾਲਾ ਔਰ ਦਾਸਾਂ ਨੂੰ ਨਿਹਾਲ ਕਰਨ ਵਾਲੇ ਹੈ। ਹਾਲ ਨਾਮ ਦੁੱਖ ਦਾ ਹੁੰਦਾ ਹੈ ਤੇ ਜਦੋਂ ਨੰਨੇ ਨੂੰ ਸਿਹਾਰੀ ਅੱਗੇ ਲੱਗ ਜੇ, ਨਿਹਾਲ ਦੁੱਖਾਂ ਤੋਂ ਰਹਿਤ ਕਰਨ ਵਾਲੇ ਹਨ। ਆਏ ਸੁਪਾਏ ਅਸਨ ਕਰ ਲੇਤ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ ਹੈ ਕਿ ਸਤਿਗੁਰੂ ਜੀ ਮੈਂ ਆਪ ਜੀ ਵਾਸਤੇ ਭੋਜਨ ਪ੍ਰਸ਼ਾਦਾ ਲੈ ਕੇ ਆਵਾਂ। ਸਤਿਗੁਰੂ ਜੀ ਦੀ ਆਗਿਆ ਪਾ ਕੇ ਭੋਜਨ ਛਕਣ ਵਾਸਤੇ ਗਵਨਿਓ ਲਾਲੋ ਤਬਹੀ ਉਸ ਵੇਲੇ ਭਾਈ ਲਾਲੋ ਆਪਣੇ ਘਰ ਚਲਿਆ ਗਿਆ। ਬੋਲਿਤ ਭਾਮਰ ਦਾਨਾ ਬਹੁਰ ਬਾਅਦ ਵਿੱਚ ਭਾਈ ਮਰਦਾਨਾ ਜੀ ਪੁੱਛਣ ਲੱਗੇ, ਆਸੋ ਕਹੀਏ ਸਭੀ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਇਹ ਸਭ ਕੁਝ ਦੱਸੋ। ਕੌਣ ਹੈ ਇਹ ਮਾਨਵ ਸੁਆਮੀ ਇਹ ਮੇਰੇ ਮਾਲਕਾ ਇਹ ਬੰਦਾ ਕੌਣ ਹੈ ਜੇ ਪਰ ਕਰੁਣਾ ਕੀਤੀ ਜਿਸ ਦੇ ਉੱਤੇ ਆਪ ਜੀ ਨੇ ਇੰਨੀ ਕਿਰਪਾ ਕੀਤੀ ਹੈ। ਭਾਗ ਵੱਡੇ ਇਹ ਜੀਸਦ ਮੋਕਾ ਮੈਨੂੰ ਤਾਂ ਇਉਂ ਦਿਸ ਰਿਹਾ ਵੀ ਇਹਦੇ ਬਹੁਤ ਵੱਡੇ ਭਾਗ ਹੈ, ਕਿਉਂਕਿ ਸਾਧ ਸੰਗਤ ਜੀ ਵੱਡੇ ਭਾਗਾਂ ਸਦਕਾ ਹੀ ਗੁਰੂ ਦੇ ਦਰਸ਼ਨ ਹੋ ਸਕਦੇ ਆ ਨਾ। ਸਤਿਗੁਰੂ ਨਾਨਕ ਦੇਵ ਮਹਾਰਾਜ ਸੁਲਤਾਨਪੁਰ ਤੋਂ ਚੱਲ ਕੇ 17 ਦਿਨਾਂ ਦਾ ਸਫ਼ਰ ਤੈਅ ਕਰਕੇ ਜਿਸ ਸਿੱਖ ਨੂੰ ਮਿਲਣ ਲਈ ਆਪ ਪਹੁੰਚੇ ਆ, ਆਪਾਂ ਸਾਰੇ ਸਿੱਖ ਗੁਰੂ ਦੇ ਦਰਸ਼ਨ ਕਰਨ ਆਉਂਦੇ ਆ, ਤੇ ਜਿਸ ਸਿੱਖ ਨੂੰ ਸਤਿਗੁਰੂ ਜੀ ਦਰਸ਼ਨ ਦੇਣ ਆਪ ਗਏ ਆ, ਉਹਦੇ ਕਿੰਨੇ ਵੱਡੇ ਭਾਗ ਹੋਣਗੇ, ਕਿੰਨਾ ਵੱਡਾ ਭਾਗਾ ਹੋਵੇਗਾ ਭਾਈ ਲਾਲੋ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਨੂੰ ਤਾਂ ਇਹ ਭਾਈ ਲਾਲੋ ਬਹੁਤ ਵੱਡਿਆਂ ਭਾਗਾਂ ਵਾਲਾ ਦਿਖਾਈ ਦਿੰਦਾ ਹੈ, ਬੁੱਧ ਭਗਤ ਮੈਂ ਭੀਜੀ ਕਿਉਂਕਿ ਇਹਦੀ ਬੁੱਧੀ, ਇਹਦੀ ਮੱਤ ਭਗਤੀ ਦੇ ਵਿੱਚ ਭਿੰਨੀ ਹੋਈ ਹੈ। ਸੁਣ ਕਰ ਬਚਨ ਉਚਾਰੇ ਸ੍ਰੀ ਮੁਖ ਉਸ ਵੇਲੇ ਸੁਣ ਕੇ ਭਾਈ ਮਰਦਾਨੇ ਤੋਂ ਸਤਿਗੁਰੂ ਜੀ ਨੇ ਮੁਖਾਰਬਿੰਦ ਤੋਂ ਬਚਨ ਆਖੇ। ਤੀਨੋ ਸੰਤ ਸਰੂਪਾ ਕਹਿਣ ਲੱਗੇ ਭਾਈ ਮਰਦਾਨੇ
ਇਹਨੂੰ ਸੰਤ ਸਰੂਪ ਜਾਣੋ ਭਾਈ ਲਾਲੋ ਨੂੰ। ਭਗਤ ਕਰਤ ਕੀਤੇ ਕੁਝ ਜਨਮਾਂ। ਤੇ ਇਹ ਕੱਲੀ ਇਹਦੀ ਇਸੇ ਜਨਮ ਦੀ ਭਗਤੀ ਨਹੀਂ, ਇਹਨੂੰ ਭਗਤੀ ਕਰਦੇ ਨੂੰ ਕਿੰਨੇ ਹੀ ਜਨਮ ਬਤੀਤ ਹੋ ਗਏ ਹਨ। ਆਪ ਵੀ ਸਫਲ ਅਨੁਪਾ। ਤੇ ਹੁਣ ਜਿਹੜੀ ਇਹਦੀ ਭਗਤੀ ਹੈ ਨਾ, ਜਿਹੜੀ ਉਹ ਸਫਲ ਹੋ ਗਈ ਹੈ, ਉਪਮਾ ਤੋਂ ਰਹਿਤ ਹੋ ਗਈ ਹੈ। ਕਿਉਂਕਿ ਇੱਕ ਜਨਮ ਦਾ ਸੰਬੰਧ ਨਹੀਂ ਪਿਆਰਿਓ ਗੁਰੂ ਨਾਲ ਹੁੰਦਾ, ਪਿਛਲੇ ਕਈ ਜਨਮਾਂ ਦੀ ਭਗਤੀ ਹੋਵੇ ਤਾਂ ਗੁਰੂ ਚਰਨਾਂ ਵਿੱਚ ਆਈ ਜਾਂਦਾ। ਮਤਾਂ ਸਾਡੇ ਮਨ ਦੇ ਵਿੱਚ ਕਿਤੇ ਮਾਣ ਹੰਕਾਰ ਹੀ ਨਾ ਆ ਜਾਵੇ ਵੀ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਿਛਲੇ ਜਨਮਾਂ ਦੀ ਭਗਤੀ ਕਰਕੇ ਆਉਨੇ ਆ, ਗੁਰੂ ਸਾਹਿਬ ਕਿਰਪਾ ਹੀ ਰੱਖਣ। ਪਰ ਗੁਰੂ ਘਰ ਆਉਣਾ, ਸਤ ਸੰਗਤ ਕਰਨੀ ਆ, ਕਥਾ ਸੁਣਨੀ, ਕੀਰਤਨ ਸੁਣਨਾ, ਗੁਰਬਾਣੀ ਦੇ ਲੜ ਲੱਗਣਾ, ਇਹ ਬਿਨਾਂ ਭਾਗਾਂ ਤੋਂ ਪਿਛਲੇ ਜਨਮਾਂ ਦੀ ਭਗਤੀ ਤੋਂ ਬਿਨਾਂ ਨਹੀਂ ਪ੍ਰਾਪਤੀ ਹੁੰਦੀ। ਸੋ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਮਰਦਾਨੇ, ਇਹ ਜਿਹੜਾ ਭਾਈ ਲਾਲੋ ਸੰਤ ਆ ਨਾ, ਇਹਦੀ ਪਿਛਲੇ ਜਨਮਾਂ ਦੀ ਬਹੁਤ ਭਗਤੀ ਆ, ਹੁਣ ਇਹਦੀ ਭਗਤੀ ਸਫਲ ਹੋ ਗਈ ਹੈ। ਨੌ ਬਿਦ ਭਗਤ ਐ ਮਰਦਾਨਾ। ਤੇ ਭਾਈ ਮਰਦਾਨੇ ਨੂੰ ਸਤਿਗੁਰੂ ਜੀ ਦੱਸਦੇ ਆ, ਕਹਿੰਦੇ ਮਰਦਾਨੇ 9 ਤਰ੍ਹਾਂ ਦੀ ਭਗਤੀ ਹੁੰਦੀ ਹੈ। ਜਾਣੈ ਕੋਈ। ਕਹਿੰਦੇ 9 ਪ੍ਰਕਾਰ ਦੀ ਭਗਤੀ ਵਿੱਚੋਂ ਜੇ ਇੱਕ ਤਰ੍ਹਾਂ ਦੀ ਵੀ ਮਨੁੱਖ ਨੂੰ ਪ੍ਰਾਪਤ ਹੋ ਜਾਵੇ, ਭਵ ਸਾਗਰ ਤਰ ਗਤ ਕੋ ਪਾਵੈ। ਫਿਰ ਭਵ ਸਾਗਰ ਨੂੰ ਮਨੁੱਖ ਤਰ ਜਾਂਦਾ, ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਨੈ ਲਗ ਸੰਸਾਰ ਕੋਈ। ਇਹਦੇ ਵਿੱਚ ਕਹਿੰਦੇ ਕੋਈ ਸੰਸਾ ਨਾ ਜਾਣੀ, ਇਹਦੇ ਵਿੱਚ ਕੋਈ ਸ਼ੰਕਾ ਨਾ ਕਰੀ। 9 ਦੇ ਵਿੱਚੋਂ ਕਿਸੇ ਪ੍ਰਕਾਰ ਦੀ ਵੀ ਭਗਤੀ ਹੋਵੇ, ਇੱਕ ਪ੍ਰਕਾਰ ਦੀ ਜਿਹੜੀ ਮਿਲ ਜੇ, ਸੰਸਾਰ ਸਾਗਰ ਤੋਂ ਤਾਰ ਕੇ ਮੁਕਤ ਕਰ ਦਿੰਦੀ ਹੈ। ਮਰਦਾਨਾ ਬੂਝਿ ਭਾਤ ਬਹੀ। ਭਾਈ ਮਰਦਾਨਾ ਪੁੱਛਣ ਲੱਗਾ ਉਸ ਵੇਲੇ, ਸਾਬਿਤ ਭਗਤ ਭਜੀਜੈ। ਮਹਾਰਾਜ ਫਿਰ ਸਾਰੇ ਤਰ੍ਹਾਂ ਦੀ ਜਿਹੜੀ ਭਗਤੀ ਹੈ 9 ਪ੍ਰਕਾਰ ਦੀ, ਇਹ ਮੈਨੂੰ ਦੱਸ ਦਿਓ। ਜਿਸ ਕੇ ਕਰਤ ਪਰਮਗਤ ਪਾਵੈ। ਜਿਹੜੀ ਭਗਤੀ ਨੂੰ ਕਰਨ ਦੇ ਨਾਲ ਪਰਮਗਤੀ ਪ੍ਰਾਪਤ ਹੋ ਜਾਂਦੀ ਹੈ, ਭਵ ਜਲ ਭਰੇ ਤਰੀਜੈ। ਔਰ ਭਲੀ ਪ੍ਰਕਾਰ ਦੇ ਨਾਲ ਭਵ ਜਲ ਤੋਂ ਤਰ ਜਾਈਦਾ ਹੈ। ਸ੍ਰੀ ਮੁਖ ਭੰਤ ਭਏ ਤੇ ਕਾਲਾ। ਉਸ ਵੇਲੇ ਆਪਣੇ ਸ਼ੋਭਾ ਵਾਲੇ ਮੁਖਾਰਬਿੰਦ ਤੋਂ ਸਤਿਗੁਰੂ ਜੀ ਕਹਿਣ ਲੱਗੇ, ਸੁਨੀਏ ਭਗਤ ਪ੍ਰਕਾਰਾ। ਕਹਿਣ ਲੱਗੇ ਭਾਈ ਮਰਦਾਨੇ, ਭਗਤੀ ਦੇ ਪ੍ਰਕਾਰ, ਭਗਤੀ ਦੀਆਂ ਕਿਸਮਾਂ ਸੁਣ ਲੈ। ਪ੍ਰਤਪਾਉ ਭਾਗੋਂ ਸਭ ਹੀ। ਮੈਂ ਵੱਖਰੀਆਂ ਵੱਖਰੀਆਂ ਇਹ ਸਾਰੀਆਂ ਤੈਨੂੰ ਕਹਿੰਦਾ ਹਾਂ। ਜੇ ਹੈ ਭਗਤ ਆਚਾਰਾ। ਜਿੰਨੀਆਂ ਵੀ ਆਚਾਰ ਆ, ਭਗਤੀ ਦੇ ਜਿਹੜੇ ਆਚਾਰ ਵਿਵਹਾਰ ਹੈ, ਭਗਤੀ ਦੇ ਨਿਯਮ ਹੈ, ਭਗਤੀ ਕਰਨ ਦੇ ਜਿਵੇਂ ਕਿਸਮਾਂ ਹਨ, ਸੋ ਜਿਵੇਂ ਭਗਤੀ ਕੀਤੀ ਜਾ ਸਕਦੀ ਹੈ, ਜਿਹੜੇ ਜਿਹੜੇ ਕਰਮਾਂ ਨਾਲ ਉਹ ਸੁਣ ਲੈ। ਸਤ ਸੰਗਤ ਸਸਰ ਕਾ ਕਰਨੀ। ਪਹਿਲੇ ਪ੍ਰਕਾਰ ਦੀ ਜਿਹੜੀ ਭਗਤੀ ਹੈ, ਉਹ ਸਤ ਸੰਗਤ ਦੇ ਵਿੱਚ ਆਉਣਾ ਤੇ ਸੇਵਾ ਕਰਨੀ। ਮਿਲਤੇ ਕਾਲ ਬਤਾਵੈ। ਕਹਿੰਦੇ ਇਹ ਜਿਹੜੀ ਭਗਤੀ ਹੈ, ਇਹ ਪਹਿਲੇ ਪ੍ਰਕਾਰ ਦੀ ਹੈ। ਸੋ ਇਹ ਕਰਨੀ ਕਮਾਈ ਕਰਨੀ, ਸਤਸੰਗ ਦੇ ਵਿੱਚ ਆ ਕੇ ਸੇਵਾ ਦਾ ਲਾਹਾ ਲੈਣਾ, ਇਹ ਕਹਿੰਦੇ ਪਹਿਲੇ ਪ੍ਰਕਾਰ ਦੀ ਭਗਤੀ ਹੈ। ਸਤਿਗੁਰੂ ਨੇ ਉਸ ਵੇਲੇ ਦੱਸਿਆ, ਹਰ ਗੁਰ ਕੋ ਇਤਿਹਾਸ ਸੁਣੀਜੈ। ਸੰਗਤ ਵਿੱਚ ਜੁੜ ਕੇ ਸਮਾਂ ਬਤੀਤ ਕਰਨਾ, ਕਥਾ ਸੁਣਨੀ, ਕੀਰਤਨ ਸੁਣਨਾ, ਸੰਗਤ ਦੀ ਸੇਵਾ ਕਰਨੀ, ਇਹ ਪਹਿਲੇ ਪ੍ਰਕਾਰ ਦੀ ਭਗਤੀ। ਦੂਜੀ ਕਹਿੰਦੇ ਹਰ ਗੁਰ ਕੋ ਇਤਿਹਾਸ ਸੁਣੀਜੈ, ਸਤਿਗੁਰੂ ਪਾਤਸ਼ਾਹ ਦਾ, ਵਾਹਿਗੁਰੂ ਪਰਮੇਸ਼ਰ ਦਾ ਇਤਿਹਾਸ ਸੁਣਨਾ, ਕਥਾ ਸੁਣਨੀ। ਕਥਾਵਾਂ ਤਾਂ ਦੁਨੀਆ ਵਿੱਚ ਬਹੁਤ ਆ ਭਾਈ, ਰਾਜੇ ਮਹਾਰਾਜਿਆਂ ਦੀਆਂ ਵੀ ਕਥਾ ਕਹਾਣੀਆਂ ਹੁੰਦੀਆਂ, ਹੋਰ ਭੂਤਾਂ ਚੁੜੇਲਾਂ ਦੀਆਂ ਵੀ ਬੜੀਆਂ ਕਹਾਣੀਆਂ ਹੁੰਦੀਆਂ, ਦੁਨਿਆਵੀ ਲੋਕਾਂ ਨੇ ਕਲਪਤ ਬੜੀਆਂ ਕਥਾ ਕਹਾਣੀਆਂ ਬਣਾਈਆਂ ਹੁੰਦੀਆਂ। ਪਰ ਸਤਿਗੁਰੂ ਪਾਤਸ਼ਾਹ ਦਾ ਜਾਂ ਸਤਿਗੁਰੂ ਸਰੂਪ ਗੁਰੂ ਸਾਹਿਬਾਨ ਦਾ ਇਤਿਹਾਸ ਜਿਹੜਾ ਸੁਣਨਾ ਹੈ, ਕਥਾ ਸੁਣਨੀ ਹੈ, ਮਨ ਇਕਾਗਰ ਲਾਹੈ। ਇਹਦੇ ਵਿੱਚ ਜਿਹੜਾ ਇਕਾਗਰਤਾ ਦੇ ਸਹਿਤ ਆਪਣੇ ਮਨ ਨੂੰ ਲਾਉਂਦਾ ਹੈ। ਪ੍ਰਭੂ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਵੀ ਨਾਲ ਕੰਡੀਸ਼ਨ ਦੱਸੀ ਹੈ ਵੀ ਕਥਾ ਵੀ ਸੁਣਨੀ ਤੇ ਕਥਾ ਇਕਾਗਰਤਾ ਨਾਲ ਸੁਣਨੀ। ਇਹ ਨਹੀਂ ਵੀ 2 ਬੰਦੇ ਕੋਲੇ ਆ ਕੇ ਬਹਿ ਕੇ ਉਹਨਾਂ ਨਾਲ ਹੀ ਗੱਲਾਂ ਮਾਰਨ ਲੱਗ ਪਈਏ, ਤੇ ਜਾਂ ਫਿਰ ਸਾਧ ਸੰਗਤ ਜੀ ਸੰਗਤ ਦੇ ਵਿੱਚ ਬੈਠਿਆਂ ਸਾਡਾ ਕਥਾ ਕੀਰਤਨ ਦੇ ਵਿੱਚ ਧਿਆਨ ਹੀ ਨਾ ਹੋਵੇ, ਕੌਣ ਆਇਆ ਕੌਣ ਗਿਆ, ਕਿਹਨੇ ਮੱਥਾ ਟੇਕਿਆ, ਕੌਣ ਕਿੱਧਰ ਨੂੰ ਜਾ ਰਿਹਾ, ਕੌਣ ਕੀ ਕਰ ਰਿਹਾ, ਅੱਖਾਂ ਨਾਲ ਉਹਨਾਂ ਦੀ ਫਿਲਮ ਬਣਾਈ ਜਾਈਏ, ਉਹ ਵੀ ਫਿਰ ਭਗਤੀ ਨਹੀਂ ਹੈ। ਉਹ ਐਵੇਂ ਜਿਹੜਾ ਬੈਠਿਆਂ ਦਾ ਸਮਾਂ ਤਾਂ ਲਾ ਰਹੇ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਗਤੀ ਪ੍ਰਵਾਨ ਉਹ ਹੈ ਦੂਜੇ ਪ੍ਰਕਾਰ ਦੀ, ਕਿ ਕਥਾ ਕੀਰਤਨ ਇਤਿਹਾਸ ਨੂੰ ਸੁਣਨਾ
ਤੇ ਮਨ ਦੀ ਇਕਾਗਰਤਾ ਉਹਦੇ ਵਿੱਚ ਲਾਈ ਜਾਵੇ। ਪਦ ਅਰਵਿੰਦ ਕਲਿੰਦ ਕਰੈ ਮਨ। ਤੇ ਫਿਰ ਤੀਜੇ ਪ੍ਰਕਾਰ ਦੀ ਜਿਹੜੀ ਭਗਤੀ ਹੈ, ਵਾਹਿਗੁਰੂ ਪਰਮੇਸ਼ਰ ਦੇ ਚਰਨ ਜਿਹੜੇ ਕਮਲਾਂ ਵਰਗੇ ਆ, ਉਹਨਾਂ ਦਾ ਭੌਰਾ ਮਨ ਨੂੰ ਬਣਾ ਲੈਣਾ। ਗੁਰੂ ਦੀ ਮੂਰਤ ਨੂੰ, ਗੁਰੂ ਦੇ ਸਰੂਪ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਉਹਦਾ ਧਿਆਨ ਲਾ ਕੇ ਰੱਖਣਾ। ਪ੍ਰੇਮ ਸਹਿਤ ਗੁਣ ਗਾਵੇ ਮੁਖ ਸੋ। ਚੌਥੇ ਪ੍ਰਕਾਰ ਦੀ ਜਿਹੜੀ ਭਗਤੀ ਹੈ ਉਹ ਹੈ ਕਿ ਬੜੇ ਪ੍ਰੇਮ ਦੇ ਸਹਿਤ ਮੁਖਾਰ ਬਿੰਦ ਤੋਂ ਸਤਿਗੁਰੂ ਜੀ ਦੇ ਗੁਣਾਂ ਦਾ ਗਾਇਨ ਕਰਨਾ, ਗੁਰੂ ਕੀ ਬਾਣੀ ਪੜ੍ਹਨੀ। ਇਹ ਕਹਿੰਦੇ ਚੌਥੇ ਪ੍ਰਕਾਰ ਦੀ ਭਗਤੀ ਹੈ। ਔਰ ਭਗਤੀ ਕਰਦਿਆਂ ਕਰਦਿਆਂ ਵਾਹਿਗੁਰੂ ਪਰਮੇਸ਼ਰ ਦੇ ਗੁਣ ਉਚਾਰਦਿਆਂ ਹੋਇਆਂ ਸਰੀਰ ਦੇ ਵਿੱਚ ਪੁਲਕਾਵਲੀ ਆ ਜਾਵੇ, ਖੇੜਾ ਆ ਜਾਵੇ। ਅੱਗੇ ਪੰਜਵੇਂ ਪ੍ਰਕਾਰ ਦੀ ਕਹਿੰਦੇ ਦਮ ਤੇ ਸਮ, ਇੰਦਰੀਆਂ ਦਾ ਤੇ ਮਨ ਦਾ ਜਿਹੜਾ ਰੋਕਣਾ ਹੈ, ਸੋ ਵਿਕਾਰਾਂ ਦੇ ਵੱਲੋਂ ਇਉਂ ਕਹਿੰਦੇ ਵਿਰਕਤ ਜੀਵਨ ਬਤੀਤ ਕਰਨਾ। ਔਰ ਵਿਰਕਤ ਕਰਮ ਕਰਨੇ, ਸੁਰਗ ਆਦਿਕ ਜਿਹੜੇ ਹੈ ਉਹਨਾਂ ਦੀ ਜਿਹੜੀ ਚਾਹਨਾ ਹੈ, ਇੱਛਾ ਹੈ, ਉਹ ਮਨ ਦੇ ਵਿੱਚੋਂ ਛੱਡ ਦੇਣੀ। ਇਹ ਵੀ ਪੰਜਵੀਂ ਭਗਤੀ ਹੈ। ਛੇਵੀਂ ਭਗਤੀ ਕਿਹੜੀ ਹੈ? ਵੀ ਪਰਾਇਆਂ ਦੇ ਜਿਹੜੇ ਔਗਣ ਹੈ ਉਹਨਾਂ ਨੂੰ ਮਨ ਦੇ ਵਿੱਚ ਨਾ ਵਿਚਾਰਨਾ। ਆਪਾਂ ਕੀ ਕਰਦੇ ਹਾਂ? ਆਪਾਂ ਤਾਂ ਆਪਣੇ ਗੁਣ ਦੇਖਦੇ ਹਾਂ, ਦੂਜਿਆਂ ਦੇ ਔਗਣ ਦੇਖਦੇ ਹਾਂ ਨਾ। ਉਹ ਚਾਹੇ ਸਾਧ ਸੰਗਤ ਜੀ ਮਨੁੱਖਾਂ ਦੀ ਗੱਲ ਲੈ ਲਓ, ਚਾਹੇ ਪਸ਼ੂ ਪੰਛੀਆਂ ਦੇ, ਦਰਖਤਾਂ ਦੇ ਵੀ ਆਪਾਂ ਤਾਂ ਔਗਣ ਚੇਤੇ ਕਰਦੇ ਜਾਂਦੇ ਆ। ਸਾਡੀ ਬੁੱਧੀ ਹੈ ਨਾ ਜਿਹੜੀ, ਜਦੋਂ ਕਿਸੇ ਰਸਤੇ ਲੰਘਦੇ ਆ ਅਸੀਂ ਤਾਂ ਇਹੀ ਦੇਖਦੇ ਜਾਂਦੇ ਹਾਂ, ਆਹ ਦਰਖਤ ਚੰਗਾ ਨਹੀਂ, ਆਹ ਚੰਗਾ ਹੈ, ਆਹ ਮਾੜਾ ਹੈ, ਇਹਦੀ ਲੱਕੜ ਸਿੱਧੀ ਨਹੀਂ ਹੈ, ਆਹ ਟੇਢਾ, ਆਹ ਕਿਸੇ ਕੰਮ ਨਹੀਂ ਆਉਣਾ। ਸੋ ਕਿਸੇ ਵੀ ਜੀਵ ਦੇ ਔਗਣਾਂ ਨੂੰ ਚੇਤੇ ਨਾ ਕਰਨਾ, ਆਪਣੇ ਔਗਣਾਂ ਦੀ ਪੜਚੋਲ ਕਰਨੀ, ਇਹ ਵੀ ਇੱਕ ਤਰ੍ਹਾਂ ਦੀ ਭਗਤੀ ਹੈ। ਤੇ ਇਹ ਭਗਤੀ ਤੋਂ ਤਾਂ ਸਾਧ ਸੰਗਤ ਜੀ ਬਹੁਤ ਜ਼ਿਆਦਾ ਆਪਾਂ ਹੀਣੇ ਹੀ ਹੈ, ਕਿਉਂਕਿ ਆਪਾਂ ਔਗਣ ਦੇਖਦੇ ਹਾਂ ਲੋਕਾਂ ਦੇ, ਗੁਣ ਦੇਖਦੇ ਹਾਂ ਆਪਣੇ। ਤੇ ਸਤਿਗੁਰੂ ਕਹਿੰਦੇ ਗੁਣ ਦੂਜਿਆਂ ਦੇ ਦੇਖ, ਔਗਣ ਆਪਣੇ ਦੇਖਣੇ। ਪਰ ਕੇ ਦੋਖ ਨਾ ਚੀਨਤ ਮਨ ਮੈਂ। ਪਰਾਇਆਂ ਦੇ ਜਿਹੜੇ ਦੋਖ ਹੈ, ਦੋਸ਼ ਹੈ, ਉਹਨਾਂ ਦੇ ਜੀਵਨ ਦੇ ਵਿੱਚ ਘਾਟ ਹੈ, ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ, ਮਨ ਦੇ ਵਿੱਚ ਨਹੀਂ ਵਿਚਾਰਨਾ। ਹਾਨੀ ਹੋਵੇ ਚਾਹੇ ਲਾਭ ਹੋਵੇ, ਫਾਇਦਾ ਹੋਵੇ ਨੁਕਸਾਨ ਹੋਵੇ, ਦੋਵੇਂ ਅਵਸਥਾਵਾਂ ਦੇ ਵਿੱਚ ਬਰਾਬਰ ਰਹਿਣਾ। ਇਹ ਨਹੀਂ ਜੇ ਫਾਇਦਾ ਹੋਇਆ ਤੇ ਬਹੁਤ ਖੁਸ਼ੀ ਮਨਾ ਲੈਣੀ, ਜੇ ਹਾਨੀ ਹੋ ਗਈ, ਕਿਸੇ ਪ੍ਰਕਾਰ ਦੀ ਘਾਟਾ ਪੈ ਗਿਆ, ਤੋਟਾ ਪੈ ਗਿਆ, ਤੇ ਫਿਰ ਬਹੁਤ ਅਫਸੋਸ ਕਰਕੇ ਬਹਿ ਜਾਣਾ। ਨਹੀਂ, ਦੋਵਾਂ ਦੇ ਵਿੱਚ ਸਮਾਨ ਅਵਸਥਾ ਰੱਖਣੀ। ਤੇ ਅੱਗੇ ਜਿਹੜੀ ਸੱਤਵੇਂ ਪ੍ਰਕਾਰ ਦੀ ਭਗਤੀ ਹੈ ਉਹ ਕਹਿੰਦੇ ਸਾਰਿਆਂ ਦੇ ਨਾਲ ਛਲ ਵੀ ਹੋਣਾ, ਕਿਸੇ ਦੇ ਨਾਲ ਧੋਖਾ ਫਰੇਬ ਨਾ ਕਰਨਾ। ਤੇ ਫਿਰ ਮਨ ਦੇ ਵਿੱਚ ਖੁਸ਼ੀ ਗਮੀ ਨਹੀਂ ਆਉਂਦੀ। ਫਿਰ ਜਿਹੜੀ ਅਗਲੇ ਪ੍ਰਕਾਰ ਦੀ ਭਗਤੀ ਹੈ, ਅੱਠਵੇਂ ਪ੍ਰਕਾਰ ਦੀ, ਉਹ ਹੈ ਨਿਸ਼ਚਾ। ਜਿਹੜਾ ਮਨ ਦਾ ਵਿਸ਼ਵਾਸ ਹੈ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਦ੍ਰਿੜ ਕਰਕੇ, ਪੱਕਾ ਕਰਕੇ ਰੱਖਣਾ। ਕਦੇ ਵੀ ਮਨ ਡੋਲੇ ਨਾ ਰੱਬ ਤੋਂ। ਇਹ ਨਹੀਂ ਵੀ ਜੇ ਕਦੇ ਕੋਈ ਥੋੜ੍ਹਾ ਜਿਹਾ ਦੁੱਖ ਦਾ ਸਮਾਂ ਆ ਗਿਆ, ਬਈ ਅਰਦਾਸ ਤਾਂ ਕੀਤੀ ਸੀ ਗੁਰੂ ਚਰਨਾਂ ਵਿੱਚ, ਪਰ ਪਤਾ ਨਹੀਂ ਹੁਣ ਠੀਕ ਹੋਵੇਗਾ ਕਾਰਜ ਜਾਂ ਨਹੀਂ, ਸਫਲਤਾ ਮਿਲੇਗੀ ਜਾਂ ਨਹੀਂ, ਮਨ ਕਦੇ ਡੋਲੇ ਨਾ। ਹਮੇਸ਼ਾ ਵਾਹਿਗੁਰੂ ਤੇ ਭਰੋਸਾ ਰੱਖਣਾ ਕਿ ਉਹਦਾ ਓਟ ਆਸਰਾ ਲੈ ਕੇ ਚੱਲੇ ਆ ਤੇ ਉਹ ਸਫਲਤਾ ਜ਼ਰੂਰ ਬਖਸ਼ੇਗਾ। ਇਹ ਵੀ ਅੱਠਵੇਂ ਪ੍ਰਕਾਰ ਦੀ ਭਗਤੀ ਹੈ। ਹਰ ਸਰੂਪ ਸਭ ਹੂੰ ਕੋ ਜਾਣੈ। ਸਾਰਿਆਂ ਦੇ ਵਿੱਚ ਹਰੀ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਜਾਣਨਾ। ਜਿਵੇਂ ਭਾਈ ਕਨ੍ਹਈਆ ਜੀ ਜਾਣਦੇ ਸੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਦੋਂ ਸ਼ਿਕਾਇਤ ਕੀਤੀ ਸਿੱਖਾਂ ਨੇ, ਮਹਾਰਾਜ ਅਸੀਂ ਮਾਰ ਮਾਰ ਕੇ ਸੁੱਟਦੇ ਹਾਂ, ਜ਼ਖਮੀ ਕਰਕੇ ਸੁੱਟਦੇ ਹਾਂ ਤੁਰਕਾਂ ਨੂੰ, ਤੁਹਾਡਾ ਸਿੱਖ ਭਾਈ ਕਨ੍ਹਈਆ ਲੱਗਦਾ ਤੁਰਕਾਂ ਦੇ ਨਾਲ ਮਿਲਿਆ ਹੋਇਆ। ਮਹਾਰਾਜ ਉਹਨੂੰ ਕੋਈ ਮਾੜੀ ਮੋਟੀ ਮੱਤ ਬਖਸ਼ੋ, ਉਹਨੂੰ ਸੱਦੋ ਆਪਣੇ ਕੋਲ, ਉਹਨੂੰ ਵਰਜੋ, ਰੋਕੋ। ਮਹਾਰਾਜ ਨੇ ਭਾਈ ਕਨ੍ਹਈਏ ਨੂੰ ਬੁਲਾ ਲਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਹੌਂਟੇ ਭੰਗਾਣੀ ਦਾ ਜੰਗ ਹੈ, ਕਹਿੰਦੇ ਭਾਈ ਕਨ੍ਹਈਆ ਸਿੱਖ ਤੇਰੀ ਸ਼ਿਕਾਇਤ ਕਰਦੇ ਆ। ਮਹਾਰਾਜ ਕੀ ਸ਼ਿਕਾਇਤ ਕਰਦੇ ਆ? ਤੂੰ ਦੁਸ਼ਮਣਾਂ ਨਾਲ ਮਿਲਿਆ ਹੋਇਆ, ਉਹਨਾਂ ਨੂੰ ਪਾਣੀ ਪਿਲਾਉਣਾ, ਇਉਂ ਕਹਿੰਦੇ ਆ ਸਿੱਖ। ਹੱਥ ਜੋੜੇ ਮਹਾਰਾਜ ਸੱਚੇ ਪਾਤਸ਼ਾਹ ਦੇ। ਕਹਿੰਦਾ ਮਹਾਰਾਜ ਮੈਂ ਤਾਂ ਮੈਦਾਨੇ ਜੰਗ ਵਿੱਚ ਜਿੱਥੇ ਜਿੱਥੇ ਵੀ ਜਾ ਕੇ ਨਜ਼ਰ ਮਾਰਦਾ, ਮੈਨੂੰ ਤਾਂ ਕੋਈ ਨਾ ਦੁਸ਼ਮਣ ਲੱਗਿਆ ਨਾ ਕੋਈ ਮਿੱਤਰ ਲੱਗਿਆ। ਸਾਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹੀ ਦਿਖਾਈ ਦੇ ਰਹੇ ਹੋ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਤੇਰਾ ਦੱਸਿਆ ਤੈਨੂੰ ਕੀ ਦੱਸਾਂ, ਸਬਕ ਦੋਈ ਦਾ ਤੂੰ ਸਿਖਾਇਆ ਹੀ ਨਹੀਂ।
ਜਿੱਥੇ ਜਿੱਥੇ ਮੈਦਾਨੇ ਜੰਗ ਵਿੱਚ ਮੈਂ ਗਿਆ, ਇੱਕ ਤੂੰ ਹੀ ਨਜ਼ਰ ਆਇਆ, ਕੋਈ ਦੂਜਾ ਨਜ਼ਰ ਆਇਆ ਹੀ ਨਹੀਂ। ਸੱਚ ਪੁੱਛੇ ਤਾਂ ਦਿਲਾਂ ਦੀਆਂ ਜਾਨੀਆਂ ਹੋਏ, ਮੈਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਪਾਣੀ ਪਿਲਾਇਆ, ਹੋਰ ਕਿਸੇ ਨੂੰ ਪਾਣੀ ਪਿਲਾਇਆ ਹੀ ਨਹੀਂ। ਐਸੀ ਸਮ ਅਵਸਥਾ ਹੋ ਜਾਵੇ, ਸਾਰਿਆਂ ਦੇ ਵਿੱਚ ਵਾਹਿਗੁਰੂ ਦਾ ਸਰੂਪ ਸਾਨੂੰ ਨਜ਼ਰ ਆਉਣ ਲੱਗ ਪਵੇ। ਇਹ ਜਿਹੜੀ ਹੈ ਇਹ 9ਵੇਂ ਪ੍ਰਕਾਰ ਦੀ ਭਗਤੀ ਹੈ। ਰਵਿਓ ਸਭ ਕੇ ਮਾਹੀ। ਇਹ ਜਾਣ ਲਈਏ ਕਿ ਉਹ ਵਾਹਿਗੁਰੂ ਸਾਰਿਆਂ ਵਿੱਚ ਵਿਆਪਕ ਹੈ, ਕੋਈ ਉਹਦੇ ਤੋਂ ਬਿਨਾਂ ਨਹੀਂ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਹਰ ਹਿਰਦੇ ਵਿੱਚ ਉਹਦਾ ਵਾਸਾ ਹੈ। ਜਦੋਂ ਹਰ ਹਿਰਦੇ ਵਿੱਚ ਉਹਦਾ ਵਾਸਾ ਜਾਣ ਲਿਆ, ਫਿਰ ਅਸੀਂ ਕਿਉਂ ਕਿਸੇ ਨੂੰ ਦੁੱਖ ਦੇਵਾਂਗੇ, ਕਿਉਂ ਕਿਸੇ ਦਾ ਦਿਲ ਤੋੜਾਂਗੇ, ਕਿਉਂ ਭਾਈ ਕਿਸੇ ਨੂੰ ਮੰਦਾ ਚੰਗਾ ਬੋਲਾਂਗੇ? ਕਿਉਂਕਿ ਜੇ ਬੋਲਾਂਗੇ ਤਾਂ ਸਾਨੂੰ ਲੱਗੇਗਾ ਕਿ ਅਸੀਂ ਵਾਹਿਗੁਰੂ ਨੂੰ ਮਾੜਾ ਬੋਲ ਰਹੇ ਹਾਂ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਾਰਿਆਂ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਦਾ ਵਾਸਾ ਹੈ। ਜਿਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਹਰ ਸਰੂਪ ਸਭ ਨੂੰ ਕੋ ਜਾਣੈ, ਰਵਿਓ ਸਭ ਕੇ ਮਾਹੀ। ਸਾਰਿਆਂ ਵਿੱਚ ਜਾਣਨਾ ਕਿ ਉਹ ਵਾਹਿਗੁਰੂ ਪਰਮੇਸ਼ਰ ਵਿਆਪਕ ਹੈ, ਸਾਰੇ ਦਿਲਾਂ ਵਿੱਚ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਮਰਦਾਨਾ ਜੀ, ਇਹ ਸੰਖੇਪ ਰੂਪ ਵਿੱਚ, ਸੂਖਮ ਰੂਪ ਵਿੱਚ ਅਸੀਂ 9 ਪ੍ਰਕਾਰ ਦੀ ਭਗਤੀ ਦਾ ਵਰਣਨ ਕੀਤਾ ਹੈ। ਇਹਨਾਂ ਵਿੱਚੋਂ ਇੱਕ ਵੀ ਤਰ੍ਹਾਂ ਦੀ ਭਗਤੀ ਜੇ ਕਿਸੇ ਨੂੰ ਪ੍ਰਾਪਤ ਹੋ ਜਾਵੇ, ਪ੍ਰਾਪਤੀ ਉਹਨੂੰ ਕੀ ਹੁੰਦੀ ਹੈ? ਇਹੋ ਜਿਹੀ ਭਗਤੀ ਮਿਲਣ ਦੀ ਕਿ ਆਪਣੀਆਂ ਕੁਲਾਂ ਦੇ ਸਮੇਤ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਤੇ ਹੋਰ ਜਿਹੜੇ ਉਹਦੀ ਸੰਗਤ ਕਰਨ ਵਾਲੇ ਹੁੰਦੇ ਆ ਉਹ ਵੀ ਤਰ ਜਾਂਦੇ ਹਨ। ਇਸ ਤਰ੍ਹਾਂ ਭਗਤੀ ਕਰਦਿਆਂ ਕਰਦਿਆਂ ਕਹਿੰਦੇ ਮਾਇਆ ਨਹੀਂ ਮੋਹ ਸਕਦੀ ਫਿਰ, ਬਲਕਿ ਪਰਮਾਤਮਾ ਦੇ ਰੰਗਾਂ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ ਮਨੁੱਖ ਰਚਿਆ ਰਹਿੰਦਾ ਹੈ। ਮਰਦਾਨਾ ਸੁਣ ਕਰ ਤਵੈ। ਉਸ ਵੇਲੇ ਭਾਈ ਮਰਦਾਨੇ ਨੇ ਜਦੋਂ ਸੁਣਿਆ, ਸਤਿਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਰੱਖ ਦਿੱਤਾ ਭਾਈ ਮਰਦਾਨੇ ਨੇ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਜਿਹੜੇ ਵਚਨ ਕਹਿੰਦੇ ਹੋ ਨਾ, ਇਹ ਬਿਲਕੁਲ ਸੱਚੋ ਸੱਚ ਹਨ, ਸਤ ਵਚਨ ਹਨ। ਮਹਾਰਾਜ ਸਤ ਵਚਨ ਸਾਧੂ ਉਪਦੇਸ਼, ਇਹ ਜਿਹੜੇ ਆਪ ਜੀ ਦੇ ਵਚਨ ਹੈ, ਇਹ ਤੇ ਸੰਸਾਰ ਦੇ ਦੁੱਖ ਦਰਿੱਦਰ ਜਿਹੜੇ ਉਹਨਾਂ ਨੂੰ ਖਤਮ ਕਰਨ ਵਾਲੇ, ਮਿਟਾਉਣ ਵਾਲੇ ਹਨ। ਭਾਈ ਮਰਦਾਨਾ ਜੀ ਨਾਲ ਸਤਿਗੁਰੂ ਜੀ ਵਚਨ ਕਰ ਰਹੇ ਸੀ, 9 ਪ੍ਰਕਾਰ ਦੀ ਭਗਤੀ ਦੱਸ ਰਹੇ ਸਨ। ਇੰਨੀ ਦੇਰ ਵਿੱਚ ਭਾਈ ਲਾਲੋ ਚੱਲ ਕੇ ਆ ਗਿਆ ਘਰ ਤੋਂ ਵਾਪਸ। ਇਉਂ ਆ ਕੇ ਸੁਣਾ ਕੇ ਕਹਿਣ ਲੱਗਾ, ਹੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਚਲੋ ਭੋਜਨ ਛਕੀਏ। ਆਪ ਜੀ ਜਿਹੜੇ ਦੁੱਖਾਂ ਨੂੰ ਇਉਂ ਖਤਮ ਕਰਨ ਵਾਲੇ ਹੋ, ਇਉਂ ਦੁੱਖ ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਆਉਣ ਕਰਕੇ ਭੱਜ ਜਾਂਦੇ ਆ, ਜਿਉਂ ਕੁੰਜਰ ਮਿਰਗਾਈ, ਜਿਵੇਂ ਬਣਾ ਦੇ ਵਿੱਚ ਜਿਹੜੇ ਮਿਰਗ ਹੈ, ਮਿਰਗਾਂ ਦੇ ਰਾਜੇ ਸ਼ੇਰ ਨੂੰ ਦੇਖ ਕੇ ਨੱਠ ਜਾਂਦੇ ਹਨ। ਤੇ ਮਹਾਰਾਜ ਇਹ ਸੰਸਾਰ ਦੇ ਬੰਧਨਾਂ ਰੂਪੀ ਰੱਸਿਆਂ ਨਾਲ ਜਿਹੜੇ ਗਰਸੇ ਗਏ, ਬੰਨੇ ਗਏ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਤਾਂ ਗਰੁੜ ਦੇ ਵਾਂਗੂ ਹੈ। ਉਹਨਾਂ ਵਾਸਤੇ ਆਪ ਜੀ ਦਾ ਸਰੂਪ, ਉਹਨਾਂ ਵਾਸਤੇ ਜਿਹੜਾ ਦੁੱਖ ਰੂਪੀ ਹਾਥੀ ਹੈ ਨਾ, ਉਹਦੇ ਵਾਸਤੇ ਆਪ ਜੀ ਦਾ ਮਹਾਰਾਜ ਸੱਚੇ ਪਾਤਸ਼ਾਹ ਸ਼ੇਰ ਰੂਪੀ ਹੋ। ਤੇ ਸੰਸਾਰ ਦੇ ਵਿੱਚ ਜਿਹੜੇ ਸੱਪਾਂ ਵਰਗੇ ਰੱਸਿਆਂ ਦੇ ਨਾਲ ਬੰਨੇ ਹੋਏ, ਗਰਸੇ ਹੋਏ ਲੋਕ ਹੈ, ਜਿਵੇਂ ਸੱਪ ਗਰੁੜ ਤੋਂ ਡਰਦਾ, ਇਸੇ ਤਰ੍ਹਾਂ ਦੁੱਖ ਤੁਹਾਡੇ ਤੋਂ ਡਰ ਕੇ ਦੂਰ ਹੋ ਜਾਂਦੇ, ਭੱਜ ਜਾਂਦੇ ਹਨ। ਆਪ ਜੀ ਮੈਨੂੰ ਕਿਰਤ ਕਿਰਤ ਕਰੋ, ਮੈਨੂੰ ਨਿਹਾਲ ਕਰੋ ਕਿਰਪਾ ਕਰਕੇ। ਆਪਣੇ ਸੋਹਣੇ ਪਵਿੱਤਰ ਮੁਖਾਰ ਬਿੰਦ ਵਿੱਚ ਮੇਰਾ ਭੋਜਨ ਗ੍ਰਹਿਣ ਕਰਕੇ। ਉਸ ਵੇਲੇ ਸੁਣ ਕੇ ਸਤਿਗੁਰੂ ਜੀ ਆਪਣੇ ਮੁਖ ਤੋਂ ਵਚਨ ਬੋਲੇ, ਕਹਿੰਦੇ ਭਾਈ ਲਾਲੋ ਭੋਜਨ ਤਿਆਰ ਆ ਤਾਂ ਇੱਥੇ ਹੀ ਲੈ ਆ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਮਰਿਆਦਾ ਪੁਰਸ਼ੋਤਮ ਹੋ, ਤੁਹਾਡੇ ਗਲੇ ਦੇ ਵਿੱਚ ਤਾਂ ਜੰਜੂ ਤਿਲਕ ਹੋਵੇਗਾ, ਕਿਉਂਕਿ ਆਪ ਜੀ ਖੱਤਰੀਆਂ ਦੇ ਘਰ ਦੇ ਵਿੱਚ ਜਨਮ ਲਿਆ ਹੈ। ਸੋ ਇਹ ਨਹੀਂ ਪਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ 9 ਸਾਲ ਦੀ ਉਮਰ ਵਿੱਚ ਇਹ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਹੋ ਜਨੇਊ ਜੀ ਕਾਹੀ ਤਾਂ ਪਾਂਡੇ ਘੱਤ, ਇਹ ਕਹਿ ਕੇ
ਸਤਿਗੁਰੂ ਜੀ ਨੇ ਮਨਾ ਕਰ ਦਿੱਤਾ ਸੀ। ਭਾਈ ਮਰਦਾਨੇ ਨੇ ਜਾਣਿਆ ਵੀ ਖੱਤਰੀਆਂ ਦੇ ਵੇਦੀਆਂ ਦੀ ਕੁਲ ਵਿੱਚ ਜਨਮੇ ਹੈ ਤਾਂ ਇਹਨਾਂ ਦੇ ਜੰਜੂ ਤਾਂ ਜ਼ਰੂਰ ਪਾਇਆ ਹੋਵੇਗਾ। ਤੇ ਜਾਂ ਇੱਥੇ ਆਪਾਂ ਅਖੇਪਕ ਵੀ ਇਹਨੂੰ ਕਹਿ ਸਕਦੇ ਹਾਂ, ਕਿਉਂਕਿ ਭਾਈ ਸੰਤੋਖ ਸਿੰਘ ਜੀ ਨੇ ਜਿਹੜੀ ਇਹ ਕਥਾ ਭਾਈ ਬਾਲੇ ਵਾਲੇ ਜਨਮ ਸਾਖੀ ਨੂੰ ਆਧਾਰ ਬਣਾ ਕੇ ਲਿਖੀ ਹੈ, ਤੇ ਉਹਦੇ ਵਿੱਚ ਬਹੁਤ ਰਲਾ ਪਿਆ ਹੋਇਆ ਸੀ। ਸੋ ਉਹਨਾਂ ਨੇ ਰਲਾ ਪਾਉਣ ਵਾਲਿਆਂ ਨੇ, ਇਤਿਹਾਸ ਨੂੰ ਰਲਗੱਡ ਕਰਨ ਵਾਲਿਆਂ ਨੇ ਹੋ ਸਕਦਾ ਲਿਖ ਦਿੱਤਾ ਹੋਵੇ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੰਜੂ ਪਹਿਨਦੇ ਸੀ। ਸੋ ਇੱਥੇ ਆਪਾਂ ਇਹ ਜਾਣਨਾ ਹੈ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਜੰਜੂ ਨਹੀਂ ਪਹਿਨਿਆ ਹੋਇਆ ਸੀ। ਸੋ ਭਾਈ ਲਾਲੋ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿ ਰਹੇ ਹਨ, ਮਹਾਰਾਜ ਆਪ ਜੀ ਫਿਰ ਚੌਂਕੇ ਵਿੱਚ ਮਰਿਆਦਾ ਪੂਰਵਕ ਜਾ ਕੇ ਭੋਜਨ ਪ੍ਰਸ਼ਾਦਾ ਰਸੋਈ ਵਿੱਚ ਛਕੋ ਨਾ। ਜਿਹੜੀ ਜਗ੍ਹਾ ਬਣੀ ਹੁੰਦੀ ਹੈ ਭੋਜਨ ਛਕਣ ਵਾਲੀ, ਬਾਹਰ ਬਹਿ ਕੇ ਕਿਉਂ ਭੋਜਨ ਛਕੋਗੇ? ਚੌਂਕੇ ਦੇ ਅੰਦਰ ਬੈਠ ਕੇ ਜਾ ਕੇ ਭੋਜਨ ਪ੍ਰਸ਼ਾਦਾ ਛਕੋ, ਕਿਉਂਕਿ ਤੁਹਾਡਾ ਬੜੀ ਉੱਤਮ ਕੁਲ ਵੇਦੀਆਂ ਦੀ ਕੁਲ ਦਾ ਜਨਮ ਹੈ। ਜੇਕਰ ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਆਪ ਕਹਿੰਦੇ ਹੋ ਵੀ ਇੱਥੇ ਹੀ ਲੈ ਕੇ ਆਓ, ਇੱਥੇ ਮੰਗਾਉਂਦੇ ਹੋ, ਫਿਰ ਮਹਾਰਾਜ ਮੇਰੇ ਮਨ ਦਾ ਸ਼ੰਕਾ ਦੂਰ ਕਰ ਦਿਓ ਵੀ ਆਪ ਜੀ ਇੱਥੇ ਕਿਵੇਂ ਛਕ ਸਕਦੇ ਹੋ। ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਲਾਲੋ ਇਹ ਜਿੰਨੀ ਵੀ ਸਾਰੀ ਧਰਤੀ ਹੈ, ਕਹਿੰਦੇ ਇੰਨੀ ਨੂੰ ਸਾਰੀ ਨੂੰ ਚੌਂਕਾ ਹੀ ਜਾਣ ਲਓ, ਜਿੱਥੇ ਮਰਜੀ ਬਹਿ ਕੇ ਛਕ ਲਈਏ। ਜਿਹੜੇ ਸੱਚ ਦੇ ਨਾਲ ਵਾਹਿਗੁਰੂ ਦੇ ਨਾਮ ਦੇ ਨਾਲ ਰੱਤੇ ਹੋਏ ਰੰਗੇ ਹੋਏ ਆ ਨਾ ਮਨ, ਉਹਨਾਂ ਵਾਸਤੇ ਤਾਂ ਕਹਿੰਦੇ ਸਭ ਜਗ੍ਹਾ ਸੁੱਚੀਆਂ, ਉਹਨਾਂ ਦੇ ਮਨ ਜੋ ਸੁੱਚੇ ਹੋਏ। ਇਸ ਕਰਕੇ ਮਨ ਦੇ ਜਿਹੜੇ ਸਾਰੇ ਭਰਮ ਉਹਨਾਂ ਨੇ ਮਿਟਾ ਲਏ। ਤੂੰ ਵੀ ਮਨ ਵਿੱਚੋਂ ਭਰਮ ਕੱਢ ਦੇ। ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨ ਸੁਣ ਕੇ ਭਾਈ ਲਾਲੋ ਜਿਹੜਾ ਬੜਾ ਪ੍ਰਸੰਨ ਹੋ ਗਿਆ। ਜਲਦੀ ਨਾਲ ਦੌੜ ਕੇ ਘਰੋਂ ਭੋਜਨ ਪ੍ਰਸ਼ਾਦਾ ਉੱਥੇ ਹੀ ਲੈ ਆਇਆ ਜਿੱਥੇ ਸਤਿਗੁਰੂ ਜੀ ਬੈਠੇ ਸਨ। ਬਾਜਰੇ ਦੀਆਂ ਜਾਂ ਕਈ ਇਤਿਹਾਸਕਾਰਾਂ ਨੇ ਕੋਧਰੇ ਦੀਆਂ ਵੀ ਲਿਖੀਆਂ ਰੋਟੀਆਂ ਬਣੀਆਂ ਹੋਈਆਂ ਸਨ, ਤੇ ਨਾਲ ਇਹਦੇ ਸਾਧ ਸੰਗਤ ਜੀ ਸਰੋਂ ਦਾ ਸਰਖਪ ਨਾਮ ਸਰੋਂ ਦਾ ਸਾਗ ਬਣਾ ਕੇ ਲਿਆਂਦਾ। ਭਾਈ ਮਰਦਾਨੇ ਨੇ ਜਦੋਂ ਇਹ ਭੋਜਨ ਵੱਲ ਦੇਖਿਆ, ਮਨ ਦੇ ਵਿੱਚ ਵਿਚਾਰ ਜੇ ਕੀਤੀ, ਜਿਹੜੀ ਸਾਧ ਸੰਗਤ ਜੀ ਇਹ ਵਿਧੀ ਇਹ ਤਰੀਕਾ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੇ ਜਾਣ ਲਿਆ। ਸਤਿਗੁਰੂ ਨੇ ਭਾਈ ਮਰਦਾਨੇ ਦੇ ਮਨ ਦੀ ਗੱਲ ਜਾਣ ਲਈ ਵੀ ਮਰਦਾਨਾ ਮਨ ਵਿੱਚ ਕੀ ਸੋਚ ਰਿਹਾ, ਸੋਚਦਾ ਵੀ ਅੱਡੀਆਂ ਅੱਡੀਆਂ ਮੋਟੀਆਂ ਬਾਜਰੇ ਦੀਆਂ ਰੋਟੀਆਂ ਤੇ ਸਾਗ ਨਾਲ ਖਾਣੀਆਂ ਮੇਰੇ ਸੰਘੋਂ ਕਿਵੇਂ ਲੰਘਣਗੀਆਂ। ਇਉਂ ਜਦੋਂ ਭਾਈ ਮਰਦਾਨੇ ਨੇ ਮਨ ਵਿੱਚ ਵਿਚਾਰ ਕੀਤੀ, ਸਤਿਗੁਰੂ ਨਾਨਕ ਦੇਵ ਮਹਾਰਾਜ ਅੰਤਰਜਾਮੀ ਦਿਲਾਂ ਦੀਆਂ ਜਾਣਨ ਵਾਲੇ ਉਹ ਜਾਣ ਗਏ। ਕਹਿੰਦੇ ਭਾਈ ਮਰਦਾਨੇ ਕਾਹਤੋਂ ਮਨ ਵਿੱਚ ਇਹੋ ਜਿਹੀਆਂ ਵਿਚਾਰਾਂ ਕਰਦਾ ਹੈ? ਕਹਿੰਦੇ ਭੋਜਨ ਛਕ ਕੇ ਦੇਖ, ਉਦੋਂ ਬਾਅਦ ਦੇ ਵਿੱਚ ਜਾਣੀ। ਇਉਂ ਸਤਿਗੁਰੂ ਨੇ ਆਪਣੇ ਹੱਥਾਂ ਦੇ ਨਾਲ ਆਪ ਪ੍ਰਸ਼ਾਦਾ ਛਕਿਆ ਭਾਈ ਮਰਦਾਨੇ ਨੂੰ ਦਿੱਤਾ। ਜਿਹੜੇ ਸਾਰੇ ਸੁੱਖਾਂ ਦੇ ਦਾਤੇ ਹਨ ਸਤਿਗੁਰੂ। ਉਸ ਵੇਲੇ ਭਾਈ ਮਰਦਾਨੇ ਨੇ ਇਹ ਭੋਜਨ ਪ੍ਰਸ਼ਾਦ ਦਾ ਜਿਹੜਾ ਨਾ ਉਹ ਛਕਿਆ ਜਿਸ ਵੇਲੇ, ਤੇ ਮਨ ਦੇ ਵਿੱਚ ਇਹਨੇ ਕੀ ਜਾਣਿਆ ਕਿ ਇਹ ਜਿਹੜਾ ਭੋਜਨ ਪ੍ਰਸ਼ਾਦੇ ਦਾ ਸਵਾਦ ਆ ਨਾ ਅੰਮ੍ਰਿਤ ਸਮਾਨ ਮਿੱਠਾ ਹੈ। ਇਹ ਜਾਣ ਕੇ ਪਾਇਆ ਸੀ ਵੀ ਸ਼ਾਇਦ ਕੌੜਾ ਸਵਾਦ ਹੋਵੇ, ਪਰ ਮਨ ਵਿੱਚ ਜਦੋਂ ਬਹੁਤ ਮਿੱਠਾ ਲੱਗਿਆ ਨਾ, ਤੇ ਫਿਰ ਸਾਧ ਸੰਗਤ ਪਰਮ ਪੂਰਖ ਪੂਰਨ ਪਰਮਾਤਮ ਸਤਿਗੁਰੂ ਜੀ ਜਿਹੜੇ ਮਹਾਨ ਪੁਰਖ ਪਰਮ ਪੁਰਖ ਹਨ, ਪੂਰਨ ਪਰਮਾਤਮਾ ਦਾ ਸਰੂਪ ਹਨ, ਆਪਣੇ ਸੋਹਣੇ ਮੁਖ ਤੋਂ ਬਾਕ ਆਖੇ। ਕਹਿਣ ਲੱਗੇ ਭਾਈ ਮਰਦਾਨੇ ਭੋਜਨ ਕਿੰਨਾ ਕੁ ਸਵਾਦ ਹੈ।
ਇਹ ਮਰਦਾਨੇ ਬੋਲ ਕੇ ਦੱਸ। ਮੁਸਕ ਮਨਾਕ ਭਣੇ ਬਜੈ ਸੇ ਮੁਸਕਰਾਉਂਦਿਆਂ ਹੋਇਆਂ ਥੋੜਾ ਥੋੜਾ ਸਤਿਗੁਰੂ ਨੇ ਜਦੋਂ ਆ ਬਚਨ ਆਖੇ ਐਸੇ ਕਰੋ ਬਖਾਨਾ ਤੇ ਮਰਦਾਨਾ ਵੀ ਅੱਗੋਂ ਮੁਸਕਰਾ ਕੇ ਜੇ ਕਹਿੰਦਾ ਮਹਾਰਾਜ ਕਿਵੇਂ ਦੱਸਾਂ। ਸੁਨਿਓ ਸੁਦਾ ਪਰਿਅੰਤ ਨਾ ਕਬਹੁ ਮਹਾਰਾਜ ਮੈਂ ਅੰਮ੍ਰਿਤ ਬਾਰੇ ਸੁਣਿਆ ਤਾਂ ਹੈ ਵੀ ਬਹੁਤ ਮਿੱਠਾ ਹੁੰਦਾ ਹੈ, ਪਰ ਕਦੇ ਛਕਿਆ ਨਹੀਂ ਚਖਿਆ ਨਹੀਂ ਹੈ। ਸਾਧ ਬਣਿਓ ਹੈ ਸੋ ਤੇ ਮਹਾਰਾਜ ਜਿਹੋ ਜਿਹਾ ਮੈਂ ਸੁਣਿਆ ਨਾ ਵੀ ਅੰਮ੍ਰਿਤ ਬਹੁਤ ਮਿੱਠਾ ਹੁੰਦਾ, ਇਹੋ ਜਿਹਾ ਸਵਾਦ ਮੈਨੂੰ ਇਹ ਭੋਜਨ ਵਿੱਚੋਂ ਆਇਆ ਹੈ। ਅੰਤਰ ਜਾਣੀ ਜਾਣੋ ਤੁਮ ਸਭ ਤੇ ਬਾਕੀ ਮਹਾਰਾਜ ਆਪ ਜੀ ਦਿਲਾਂ ਦੀਆਂ ਜਾਣਨ ਵਾਲਿਓ ਸਭ ਪ੍ਰਕਾਰ ਕਰਕੇ ਜਾਣਦੇ ਹੀ ਹੋ। ਜੋ ਮੇਰੇ ਦਿਲ ਦੇ ਵਿੱਚ ਚੱਲ ਰਿਹਾ ਵਰਤ ਰਿਹਾ ਸਭ ਕੁਝ ਜਾਣਦੇ ਹੋ। ਲਾਲੋ ਬਿਨੈ ਸੁਣਾਈ ਸੁਣ ਕੇ ਉਸ ਵੇਲੇ ਭਾਈ ਲਾਲੋ ਜੀ ਨੇ ਬੇਨਤੀ ਕੀਤੀ ਸੁਣ ਸੁਣਾ ਕੇ, ਵੱਡਿਆਂ ਕੀ ਵਡਿਆਈ ਇਹ ਤਾਂ ਮਹਾਰਾਜ ਤੁਹਾਡੀ ਵੱਡਿਆਂ ਦੀ ਵਡਿਆਈ ਹੈ। ਭਾਵ ਪੁਰਖ ਮੈਂ ਦੇਖ ਦੇਖ ਕਰ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਭਾਵਨਾ ਦੇਖਦੇ ਹੋ ਹਰੇਕ ਮਨੁੱਖ ਦੇ ਕਿ ਪ੍ਰੇਮ ਕਿੰਨਾ ਕਰਦਾ ਹਿੱਤ ਕਰਕੇ। ਅਸਮ ਵਿਚਾਰ ਨ ਕਾਈ ਬਾਕੀ ਮਹਾਰਾਜ ਭੋਜਨ ਦੀ ਤਾਂ ਕੋਈ ਵਿਚਾਰ ਹੀ ਨਹੀਂ ਕਿਹੋ ਜਿਹਾ ਲਿਆ ਕੇ ਰੱਖਿਆ, ਆਪ ਜੀ ਤਾਂ ਭਾਵਨਾ ਦੇ ਭੁੱਖੇ ਹੋ। ਭਾਜੀ ਲੀਨੀ ਕਿਦਰ ਕੀ ਫਿਰ ਇੱਥੇ ਪ੍ਰਮਾਣ ਦਿੱਤੇ ਹੈ ਪੁਰਾਤਨ ਇਤਿਹਾਸ ਦੇ ਵਿੱਚੋਂ, ਸਨਾਤਨ ਇਤਿਹਾਸ ਵਿੱਚੋਂ। ਕਹਿੰਦੇ ਮਹਾਰਾਜ ਕ੍ਰਿਸ਼ਨ ਸਰੂਪ ਦੇ ਵਿੱਚ ਜਦੋਂ ਭਗਵਾਨ ਜੀ ਆਏ, ਕਹਿੰਦੇ ਉਹਨਾਂ ਨੇ ਜਿਹੜਾ ਬਿਦਰ ਸੇਵਾਦਾਰ ਸੀ ਬੜਾ ਗਰੀਬੜਾ, ਉਹਦੀ ਜਿਹੜੀ ਸਬਜ਼ੀ ਭਾਜੀ ਸੀ ਨਾ ਬਿਨਾਂ ਲੂਣ ਵਾਲੀ ਅਲੂਣਾ ਸਾਗ, ਉਹ ਵੀ ਕਹਿੰਦੇ ਪ੍ਰੇਮ ਕਰਕੇ ਪ੍ਰਵਾਨ ਕਰ ਲਈ ਸੀ। ਦੁਰਯੋਧਨ ਤਜ ਰਾਜ ਦੁਰਯੋਧਨ ਦਾ ਰਾਜ ਭਾਗ ਛੱਡ ਕੇ ਬਿਦਰ ਦੇ ਘਰ ਚਲੇ ਗਏ ਸਨ। ਆਇਆ ਸੁਣਿਆ ਬਿਦਰ ਦਾ, ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਹੇ ਕੇ ਸੁੱਖਾ। ਮਹਾਰਾਜ ਸਾਡੇ ਘਰ ਦਾ ਅੰਨ ਜਾਲਾ ਰਾਜ ਭਾਗ ਦੇ ਸੁੱਖ ਸਹੂਲਤਾਂ ਤਿਆਗ ਕੇ ਉਹ ਗੋਲੇ ਦੇ ਨੌਕਰ ਦੇ ਬਿਦਰ ਦੇ ਘਰ ਜਾ ਕੇ ਤੁਹਾਨੂੰ ਕੀ ਸੁੱਖ ਮਿਲਿਆ। ਤੇ ਉਸ ਵੇਲੇ ਗੁਰਬਾਣੀ ਦੇ ਵਿੱਚ ਸਾਧ ਸੰਗਤ ਜੀ ਇਹ ਪੂਰਾ ਸ਼ਬਦ ਅੰਕਿਤ ਹੈ, ਆਪਾਂ ਇੱਥੇ ਬਹੁਤੀ ਲੰਮੀ ਵਿਚਾਰ ਨਹੀਂ ਕਰਨੀ। ਸੋ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ, ਇਹ ਵਚਨ ਕੀਤੇ ਸਨ। ਕਹਿੰਦੇ ਤੇਰਾ ਦੁੱਧ ਤੇ ਬਿਦਰ ਦਾ ਪਾਣੀ, ਤੇਰਾ ਦੁੱਧ ਵੀ ਪ੍ਰਵਾਨ ਨਹੀਂ ਤੇ ਬਿਦਰ ਦਾ ਜਿਹੜਾ ਪਾਣੀ ਉਹ ਮੈਨੂੰ ਅੰਮ੍ਰਿਤ ਵਰਗਾ ਲੱਗਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਣ ਬਿਹਾਨੀ, ਕਬੀਰ ਕੋ ਸੁਆਮੀ ਅਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ। ਉਹ ਬਿਦਰ ਦਾ ਜਿਹੜਾ ਸਾਧ ਸੰਗਤ ਜੀ ਰੁੱਖਾ ਸੁੱਖਾ ਭੋਜਨ ਹੀ ਅਲੂਣਾ ਸਾਗ ਹੀ ਪ੍ਰਵਾਨ ਕਰ ਲਿਆ ਸੀ ਤੇ ਦੁਰਯੋਧਨ ਦੇ ਰਾਜ ਭਾਗ ਦਾ ਸੁੱਖਾਂ ਨੂੰ ਤਿਆਗਿਆ ਸੀ। ਜੀਵਰ ਕੇ ਤੰਦਰ ਫਿਰ ਜਿਹੜਾ ਸੁਦਾਮਾ ਬ੍ਰਾਹਮਣ ਸੀ, ਗਰੀਬ ਮਿੱਤਰ ਭਗਵਾਨ ਕ੍ਰਿਸ਼ਨ ਜੀ ਦਾ, ਉਹਦੇ ਜਿਹੜੇ ਕੱਚੇ ਚੌਲ ਹੀ ਫੱਕੇ ਮਾਰ-ਮਾਰ ਛਕ ਗਏ ਸਨ। ਬਿਰਦ ਗਰੀਬ ਨਿਵਾਜ ਕਿਉਂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਜਿਹੜਾ ਬਿਰਦ ਹੈ ਸੁਭਾਅ ਹੈ ਇਹ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਜਾਤ ਭੀਲਣੀ ਨੀਚ ਕੇ ਫਿਰ ਜਿਹੜੀ ਨੀਚ ਜਾਤੀ ਦੀ ਕਹਿੰਦੇ ਸਨ ਲੋਕ ਜਿਹਨੂੰ ਭੀਲਣੀ, ਉਸ ਦੇ ਝੂਠੇ ਦੀਨੇ ਫੇਰ ਰਾਮਚੰਦਰ ਸਰੂਪ ਦੇ ਵਿੱਚ ਉਹਦੇ ਝੂਠੇ ਬੇਰ ਹੀ ਛਕ ਗਏ। ਕੇਵਲ ਭਾਵ ਸੁਭਾਵਈ ਕੇਵਲ ਜਿਹੜਾ ਮਨ ਦੀ ਭਾਵਨਾ ਹੈ ਉਹੀ ਆਪ ਦੇ ਮਨ ਨੂੰ ਭਾਉਂਦੀ ਚੰਗੀ ਲੱਗਦੀ ਹੈ। ਮਹਾਰਾਜ ਆਪ ਜੀ ਆਪਣੇ ਸਿੱਖਾਂ ਸੇਵਕਾਂ ਦੇ ਗੁਣ ਔਗਣ ਨਹੀਂ ਚਿਤਾਰਦੇ। ਬੜੇ ਪ੍ਰਸੰਨ ਹੋ ਕੇ ਹੱਸ ਕੇ ਸਤਿਗੁਰੂ ਜੀ ਨੇ ਮੁਖੋਂ ਬਚਨ ਬੋਲੇ। ਕਹਿੰਦੇ ਭਾਈ ਤੂੰ ਤਾਂ ਜਿਹੜਾ ਭੋਜਨ ਲੈ ਕੇ ਆਇਆ ਨਾ ਅੰਮ੍ਰਿਤ ਸਮਾਨ ਸਾਨੂੰ ਲੱਗਿਆ, ਅੰਮ੍ਰਿਤ ਵਰਗਾ ਸਵਾਦ ਆਇਆ ਹੈ। ਇਹ ਕਹਿੰਦੇ ਹੈ ਤਾਂ ਸਾਦਾ ਭੋਜਨ ਪਰ ਇਹਦੇ ਵਿੱਚੋਂ ਅੰਮ੍ਰਿਤ ਵਰਗਾ ਸਵਾਦ ਆਇਆ ਹੈ। ਬਹੁਤ ਚੰਗਾ ਭੋਜਨ ਪ੍ਰਸ਼ਾਦਾ ਤੂੰ ਬਣਾ ਕੇ ਲੈ ਕੇ ਆਇਆ ਹੈ। ਉਸ ਵੇਲੇ ਹੱਥ ਬੰਨ੍ਹ ਕੇ ਭਾਈ ਲਾਲੋ ਨੇ ਮਹਾਰਾਜ ਨੂੰ ਫਿਰ ਮੱਥਾ ਟੇਕਿਆ। ਸਤਿਗੁਰੂ ਜੀ ਦੇ ਕਮਲਾਂ ਵਰਗੇ ਜਿਹੜੇ ਚਰਨ ਮੁਕਤੀ ਬਖਸ਼ਣ ਵਾਲੇ ਉਹਨਾਂ ਉੱਤੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਉਹ ਦੂਰ ਕਰ ਲਏ। ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਸੰਸਾਰ ਦੇ ਬੰਧਨਾਂ ਨੂੰ ਕੱਟਣ ਵਾਲੇ ਹੈ ਉਹਨਾਂ ਦੀ ਅਸ਼ੀਸ਼ ਪਾ ਕੇ
ਆਜ ਕੀਓ ਪ੍ਰਸਾਦ ਮੁਖ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਅੱਜ ਮੈਨੂੰ ਆ ਕੇ ਨਿਹਾਲ ਕਰ ਦਿੱਤਾ ਹੈ। ਸ੍ਰੀ ਗੁਰੂ ਨਾਨਕ ਭੋਗਤ ਦਾਈ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਮੁਕਤੀ ਦੇ ਦਾਤਾ ਜੀਓ। ਅਸੀਂ ਤਾਂ ਅਗਿਆਨਤਾ ਦੇ ਹਨੇਰੇ ਖੂਹ ਵਿੱਚ ਡੁੱਬੇ ਪਏ ਸੀ। ਕਰੁਣਾ ਕਰਕੇ ਤੁਮ ਦੀਨ ਬਚਾਈ। ਆਪ ਜੀ ਨੇ ਕਿਰਪਾ ਕਰਕੇ ਇਹ ਖੂਹ ਖਾਤੇ ਵਿੱਚੋਂ ਸਾਨੂੰ ਕੱਢ ਕੇ ਬਚਾ ਲਿਆ ਹੈ। ਪੂਰਨ ਰੂਪ ਪਰਮਾਤਮਾ ਹੋ। ਆਪ ਜੀ ਪਰਮਾਤਮਾ ਦਾ ਸੰਪੂਰਨ ਸਰੂਪ ਹੋ। ਨਿਰਦਾਸਨ ਕੇ ਨਿਤ ਹੋ ਸਹਾਈ। ਆਪਣੇ ਦਾਸਾਂ ਦੇ ਨਿੱਤਾ ਪ੍ਰਤੀ ਆਪ ਜੀ ਸਹਾਇਕ ਹੁੰਦੇ ਹੋ। ਜੋ ਕਹਿ ਕੇ ਪਦ ਕੋ ਕਹਿ ਕੇ। ਇਉਂ ਕਹਿ ਕੇ ਦੁਬਾਰਾ ਫਿਰ ਚਰਨਾਂ ਨੂੰ ਚਿੰਬੜ ਗਿਆ। ਤਦ ਦੀਨ ਤਸੋ ਤਨ ਗਰੀਬ ਨਿਵਾਈ। ਬੜੀ ਦੀਨਤਾ ਦੇ ਨਾਲ ਨਿਮਰਤਾ ਦੇ ਨਾਲ ਗਰਦਨ ਝੁਕਾ ਲਈ। ਉਪਰ ਸੀਸ ਉਠਾਵੇ ਨਾ। ਉੱਪਰ ਨੂੰ ਸੀਸ ਨਹੀਂ ਝੁਕਦਾ ਭਾਈ ਲਾਲੋ ਸਤਿਗੁਰੂ ਦੇ ਚਰਨਾਂ ਉੱਤੇ ਰੱਖਿਆ ਹੋਇਆ ਹੈ। ਸ੍ਰੀ ਗੁਰ ਹਾਥ ਧਰਾ ਸਰਤਾਈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੇ ਸਿਰ ਦੇ ਉੱਤੇ ਫਿਰ ਜਦ ਹੀ ਸਾਧ ਸੰਗਤ ਜੀ ਆਪਣਾ ਪਵਿੱਤਰ ਹੱਥ ਰੱਖ ਦਿੱਤਾ। ਸੁਵਤ ਹਾਥ ਕਪਾੜ ਬੁਲੇ ਤੇ। ਸਤਿਗੁਰੂ ਜੀ ਦਾ ਪਵਿੱਤਰ ਹੱਥ ਛੂਹਣ ਦੀ ਦੇਰ ਸੀ ਭਾਈ ਲਾਲੋ ਦੇ ਸਿਰ ਦੇ ਉੱਤੇ। ਉਸੇ ਵੇਲੇ ਸਾਧ ਸੰਗਤ ਜੀ ਭਰਮ ਅੰਦੇਸਿਆਂ ਦੇ ਜਿਹੜੇ 5 ਪ੍ਰਕਾਰ ਦੇ ਕਪਾਟ ਮੰਨੇ ਗਏ ਹਨ ਉਹ ਖੁੱਲ ਗਏ। ਲੋਕਨ ਕੀ ਸੁਧਤੀ ਮਨ ਮਾਹੀ। ਤਿੰਨੇ ਲੋਕਾਂ ਦੀ ਤਿਹੁ ਲੋਕਨ ਕੀ ਸੁਧ ਭੀ ਮਨ ਮਾਹੀ। ਤਿੰਨੇ ਲੋਕਾਂ ਦੀ ਜਿਹੜੀ ਸੁਧ ਹੈ ਖਬਰ ਹੈ ਉਹਦੇ ਮਨ ਦੇ ਵਿੱਚ ਉਸ ਵੇਲੇ ਪ੍ਰਗਟ ਹੋ ਗਈ। ਅੰਕਲ ਪਾਨ ਮੁਕੰਦ ਕੇ ਲਾਗਤ। ਇਉਂ ਸਾਧ ਸੰਗਤ ਜੀ ਸੋਝੀ ਪਾ ਕੇ ਸਤਿਗੁਰੂ ਜੀ ਦੇ ਜਿਹੜੇ ਪੰਕਜ ਕਮਲ ਵਰਗੇ ਜਿਹੜੇ ਹੱਥ ਹੈ ਮੁਕਤੀ ਦਾਤੇ ਦੇ ਜਦੋਂ ਲੱਗੇ ਛੂਹੇ ਇਸ ਨੂੰ। ਭਾਜੋ ਆਨੰਦ ਨਾ ਜਾਏ ਸੋ ਪ੍ਰਾਗੀ। ਜਿਹੜਾ ਆਨੰਦ ਭਾਈ ਲਾਲੋ ਨੂੰ ਆਇਆ ਨਾ ਉਹ ਸਾਧ ਸੰਗਤ ਜੀ ਵਰਣਨ ਨਹੀਂ ਕੀਤਾ ਜਾ ਸਕਦਾ, ਬੋਲ ਕੇ ਦੱਸਿਆ ਨਹੀਂ ਜਾ ਸਕਦਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਹ ਤਾਂ ਸਤਿਗੁਰੂ ਜੀ ਜਾਣਦੇ ਆ ਜਾਂ ਭਾਈ ਲਾਲੋ ਜੀ ਜਾਣਦੇ ਆ ਵੀ ਉਹਨਾਂ ਨੂੰ ਕਿੰਨਾ ਆਨੰਦ ਆਇਆ। ਪੂਰਨ ਸੋ ਮਿਲ ਪੂਰਨ ਭਾਵ। ਪੂਰਨ ਸਤਿਗੁਰੂ ਨੂੰ ਮਿਲ ਕੇ ਸਿੱਖ ਵੀ ਪੂਰਨ ਹੋ ਗਿਆ, ਸਤਿਗੁਰੂ ਦਾ ਹੀ ਸਰੂਪ ਹੋ ਗਿਆ। ਭਵ ਪੂਰਨ ਆਤਮਾ ਦੀ ਦਰਸਾਈ। ਇਉਂ ਸਾਰੇ ਸੰਸਾਰ ਦੇ ਵਿੱਚ ਹਰ ਪਾਸੇ ਪਰਿਪੂਰਨ ਵਾਹਿਗੁਰੂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਹੀ ਦਿਖਾਈ ਦਿੰਦੇ ਹਨ। ਜਿਨ ਕੀਨ ਰਹੇ ਤੇ ਭਵਨ ਵਿਖੈ। ਸਤਿਗੁਰੂ ਜੀ 3 ਦਿਨ ਉੱਥੇ ਭਾਈ ਲਾਲੋ ਦੇ ਕੋਲ ਉਹਦੇ ਘਰ ਰਹੇ। ਪਰ ਭਾਂਤ ਦਲੇ ਦੁਖ ਕੀਨ ਨਿਹਾਲਾ। ਔਰ ਭਲੀ ਭਾਂਤੀ ਜਿਹੜੇ ਦੁੱਖਾਂ ਨੂੰ ਦਲਣ ਵਾਲੇ ਐ ਸਭ ਪ੍ਰਕਾਰ ਕਰਕੇ ਭਾਈ ਲਾਲੋ ਦੇ ਦੁੱਖ ਦੂਰ ਕਰਕੇ ਉਹਨੂੰ ਨਿਹਾਲ ਕਰ ਦਿੱਤਾ। ਮਨ ਜੀਨ ਲਈ ਮਹਿਮਾ ਗੁਰ ਕੀ। ਇਹਨੇ ਵੀ ਮਨ ਵਿੱਚ ਸਤਿਗੁਰੂ ਜੀ ਦੀ ਮਹਿਮਾ ਨੂੰ ਜਾਣ ਲਿਆ। ਪਦ ਪੰਕਜ ਸੇਵ ਕਰੰਤ ਵਿਸਾਲਾ। ਸਤਿਗੁਰੂ ਜੀ ਦੇ ਚਰਨਾਂ ਦੀ ਬਹੁ ਪ੍ਰਕਾਰ ਕਰਕੇ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ ਭਾਈ ਲਾਲੋ ਨੇ। ਲਿਵ ਲਾਗ ਅਨਾਦ ਵੀ ਕੁਨ ਸੋ। ਇਹਦੀ ਜਿਹੜੀ ਲਿਵ ਹੈ ਅਨਾਹਦ ਧੁਨੀ ਦੇ ਵਿੱਚ ਜੁੜ ਗਈ। ਇੱਕ ਰਸ ਇਹਨੂੰ ਵਾਹਿਗੁਰੂ ਵਾਹਿਗੁਰੂ ਜਿਹੜਾ ਸੁਣਾਈ ਦੇਣ ਲੱਗ ਪਿਆ, ਇਹ ਧੁਨੀ ਇਹਦੇ ਹਿਰਦੇ ਵਿੱਚ ਪ੍ਰਗਟ ਹੋ ਗਈ। ਬਿਨ ਸੇ ਪਵ ਬੰਧਨ ਉਦਨ ਜਗਦਾ। ਸਭ ਪ੍ਰਕਾਰ ਦੇ ਸੰਸਾਰਕ ਬੰਧਨ ਤੇ ਜਮਾਂ ਦੇ ਜਾਲ ਜਿਹੜੇ ਸੀ ਉਹ ਖਤਮ ਹੋ ਗਏ ਭਾਈ ਲਾਲੋ ਦੇ। ਗੁਣ ਆਨੰਦ ਸਥਾਨੈ ਜਾਨ ਕੀ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੋਰ ਜਗ੍ਹਾ ਜਾਣ ਦੀ ਮਨ ਮਾਏ ਘਟੀ ਗਜ ਰੂਪ ਕਿਰਪਾਲਾ। ਮਨ ਦੇ ਵਿੱਚ ਸੋਚ ਵਿਚਾਰ ਕੀਤੀ। ਸਤਿਗੁਰੂ ਜੀ ਜਿਹੜੇ ਕਿਰਪਾ ਦੇ ਘਰ ਹਨ। ਦੋਹਰਾ ਮਰਦਾਨੇ ਸੋ ਬੂਝੀ। ਭਾਈ ਮਰਦਾਨੇ ਨੂੰ ਪੁੱਛਦੇ ਹਨ ਕਿਤ ਚਲਵੇ ਕੀ ਚਾਹੇ। 10 ਮਰਦਾਨੇ ਹੁਣ ਕਿੱਧਰ ਨੂੰ ਜਾਣ ਦੀ ਇੱਛਾ ਹੈ। ਏਤ ਭਗਤ ਵਿਸਤਾਰ ਕੋ। ਭਗਤੀ ਦਾ ਵਿਸਥਾਰ ਕਰਨ ਦੇ ਲਈ ਆਨ ਕਾਜ ਕਛਨਾ ਹੈ। ਆਪਾਂ ਜਾਣਾ, ਹੋਰ ਆਪਾਂ ਨੂੰ ਕੋਈ ਕੰਮ ਨਹੀਂ, ਭਗਤੀ ਫੈਲਾਉਣੀ ਹੈ ਸੰਸਾਰ ਵਿੱਚ। ਸੁਰੀਆ ਓ ਪ੍ਰਭ ਜੀ ਤੁਮ ਅੰਤਰ ਕੀ ਗਤ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤਾਂ ਅੰਦਰ ਦੀਆਂ ਜਾਣਨ ਵਾਲੇ ਹੋ। ਜਨ ਹਰ ਆਓ ਮਰਾਈ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਵੀ ਹਿਰਦੇ ਦੀ ਜਾਣਦੇ ਹੋ ਆਪ ਜੀ। ਬੁਝ ਲਿਓ ਮਨ ਭੋਰ ਮਨੋਰਥ। ਇਹ ਮੇਰੇ ਮਾਲਕਾ ਮੇਰੇ ਮਨ ਦਾ ਮਨੋਰਥ ਫੁਰਨਾ ਜਿਹੜਾ ਆਪ ਜੀ ਨੇ ਬੁਝ ਲਿਆ ਹੈ। ਜਿਤ ਛਾਏ ਚਲੋ ਤੇ ਜਾਈ। ਮੇਰੇ ਮਨ ਦਾ ਫੁਰਨਾ ਇਹ ਹੈ ਮਹਾਰਾਜ ਜਿੱਧਰ ਨੂੰ ਆਪ ਜੀ ਦੀ ਇੱਛਾ ਹੋਵੇ ਉਧਰ ਨੂੰ ਚੱਲ ਪਵੋ। ਨਿੰਦ ਕਰੇ ਬਿਨ ਨਿੰਦ ਨਿਆਰ। ਮਹਾਰਾਜ ਸੱਚੇ ਪਾਤਸ਼ਾਹ ਕਿਉਂਕਿ ਜਿਹੜੇ ਲੋਕ ਆ ਨਾ
ਬਿਨਾਂ ਕਿਸੇ ਗੱਲ ਤੋਂ, ਬਿਨਾਂ ਕੁਝ ਜਾਣੇ ਪਛਾਣੇ ਆਪ ਜੀ ਦੀ ਬੜੀ ਨਿੰਦਿਆ ਕਰਦੇ ਹਨ। ਮੰਦਮਤੀ ਗਦ ਪੰਦ ਭਰਾਈ। ਮਹਾਰਾਜ ਸੱਚੇ ਪਾਤਸ਼ਾਹ ਇਹ ਮੰਦੀ ਮੱਤ ਵਾਲੇ ਲੋਕ ਹੈ, ਇਹਨਾਂ ਨੇ ਮੁਕਤੀ ਦਾ ਰਸਤਾ ਭੁਲਾ ਛੱਡਿਆ ਹੈ। ਜੋ ਤੁਮਰੇ ਪੁਰ ਸੋ ਤੁਮ ਜਾਣੋ। ਮਹਾਰਾਜ ਜਿਵੇਂ ਆਪ ਜੀ ਦੇ ਹਿਰਦੇ ਵਿੱਚ ਹੈ ਉਹ ਆਪ ਜੀ ਜਾਣਦੇ ਹੋ। ਮੋਹਰ ਲਾਗਤ ਹੈ ਦੁਖਦਾਈ। ਪਰ ਮਹਾਰਾਜ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਮੇਰੇ ਮਨ ਨੂੰ ਬਹੁਤ ਦੁੱਖ ਲੱਗਦਾ ਹੈ। ਸ੍ਰੀ ਮੁਕਤੇ ਗੁਣ ਬੈਨ ਭਰੇ। ਸੋਹਣੇ ਮੁਖਾਰ ਬਿਨ ਤੋਂ ਸਤਿਗੁਰੂ ਜੀ ਕਹਿਣ ਲੱਗੇ, ਅਵਲੇ ਵਿਦਿਆ ਕਵਨੇ ਮਰਦਾਨਾ। ਕਹਿੰਦੇ ਭਾਈ ਮਰਦਾਨੇ ਹੁਣ ਭਾਈ ਲਾਲੋ ਤੋਂ ਵਿਦਾਇਗੀ ਲੈ ਕੇ ਚੱਲੀਏ। ਹੋਤ ਭਲੋ ਰਹਿਬੋ ਤੈਈ। ਸਾਡਾ ਤਾਂ ਉੱਥੇ ਰਹਿਣਾ ਹੀ ਚੰਗਾ ਹੈ। ਸਤ ਸੰਗਤ ਕੋ ਮਿਲਵੇ ਜੇ ਥਾਨਾ। ਜਿਸ ਜਗ੍ਹਾ ਦੇ ਉੱਤੇ ਸਤ ਸੰਗਤ ਹੁੰਦਾ ਹੋਵੇ। ਮਾਨ ਦੇਵ ਦੁਖੈ ਦੁਖਾਤਮਾ। ਹਾਂ ਤੇਰੀ ਗੱਲ ਠੀਕ ਹੈ ਵੀ ਜਿਹੜੇ ਦੁਸ਼ਟ ਆਤਮਾ ਲੋਕ ਆ ਨਾ, ਭੈੜੀ ਬਿਰਤੀ ਵਾਲੇ ਲੋਕ ਹੈ, ਉਹ ਸਾਨੂੰ ਦੇਖ ਦੇਖ ਕੇ ਐਵੇਂ ਬਿਨਾਂ ਗੱਲੋਂ ਦੁਖੀ ਹੁੰਦੇ ਹਨ। ਕਾਮ ਰਹੇ ਸੁਜਾਨ ਸੁਜਾਨਾ। ਅਸੀਂ ਤਾਂ ਆਪਣਾ ਸਿਆਣਾ ਸਿੱਖ ਜਾਣ ਕੇ ਇਹਦੇ ਘਰ ਆਏ ਹਾਂ। ਦੇਸ਼ ਵਿਦੇਸ਼ਾਂ ਸੈਰ ਕਰੈ। ਚੱਲ ਫਿਰ ਹੁਣ ਆਪਾਂ ਦੇਸ਼ਾਂ ਵਿਦੇਸ਼ਾਂ ਦੀ ਸੈਰ ਕਰੀਏ। ਦਰਵੇਸ਼ ਕੇ ਬੈਸ ਭਨੈ ਸੁਖਦਾਨਾ। ਹਾਂ ਦਰਵੇਸ਼ਾਂ ਵਾਲਾ ਭੇਸ ਤਾਂ ਆਪਾਂ ਧਾਰਨ ਕੀਤਾ ਹੀ ਹੋਇਆ ਹੈ। ਸੁੱਖਾਂ ਦੇ ਦਾਤੇ ਆਉਂ ਕਹਿਣ ਲੱਗੇ, ਦੁਈਆ ਛੰਦ ਐ ਮਰਦਾਨਾ ਜਾਉ ਦੇਸ ਦੇ। ਭਾਈ ਮਰਦਾਨਾ ਕਹਿੰਦਾ ਮਹਾਰਾਜ ਜਿਹੜੀ ਦਿਸ਼ਾ ਵਿੱਚ ਵੀ ਮੈਂ ਜਾਂਦਾ, ਜਿਸ ਤਰਫ ਨੂੰ ਜਾਂਦਾ ਹਾਂ, ਹੋਇ ਬਿਗਿਓ ਨਰ ਪ੍ਰਾਈ। ਮੈਨੂੰ ਦੇਖ ਕੇ ਲੋਕ ਦੁਨੀਆ ਦੇ ਆਉਂ ਕਹਿੰਦੇ ਹਨ। ਇਹ ਆਤੈ ਜੂਮਤ ਸੀਪ। ਕਹਿੰਦੇ ਆ ਗਿਆ ਉਸੇ ਦਾ ਮਰਾਸੀ, ਜੋ ਜਗ ਭਇਓ ਪ੍ਰਾਈ। ਜਿਹੜਾ ਜੱਗ ਦੇ ਵਿੱਚ ਚੰਗਾ ਭਲਾ ਕੰਮਕਾਰ ਚੱਲਦਾ ਸੀ, ਘਰ ਪਰਿਵਾਰ ਸੀ, ਉਹਨੂੰ ਛੱਡ ਕੇ ਵਿਰਾਗੀ ਤਿਆਗੀ ਹੋ ਗਿਆ, ਕੁਰਾਈਆ ਹੋ ਗਿਆ ਹੈ। ਸੁਨ ਕਰ ਜਿਸ ਆਵਤ ਹੈ ਮਨ ਮੈਂ। ਮਹਾਰਾਜ ਇਹੋ ਜਿਹੀਆਂ ਗੱਲਾਂ ਸੁਣ ਕੇ ਮਨ ਵਿੱਚ ਬੜਾ ਗੁੱਸਾ ਆਉਂਦਾ ਹੈ। ਰਹੋ ਨਾ ਕਰੋ ਬਿਆਨਾ। ਤੇ ਮਹਾਰਾਜ ਚਲੋ ਆਪਾਂ ਹੁਣ ਇੱਥੇ ਰਹਿਣਾ ਨਹੀਂ, ਪਿਆਨਾ ਕਰੀਏ, ਚਾਲਾ ਮਾਰੀਏ। ਸਕ ਬੋਲਣ ਤਿਉ ਤਿਉ ਭਾਗੀ। ਇਉਂ ਖੁਸ਼ ਹੋ ਕੇ ਤੇ ਸਾਧ ਸੰਗਤ ਜੀ ਮੁਖੜੇ ਤੇ ਮੁਸਕਰਾਹਟ ਲਿਆ ਕੇ ਇਉਂ ਆਖਿਆ, ਰਾਤ ਚਲੈ ਮਰਦਾਨਾ। ਕਹਿੰਦੇ ਭਾਈ ਮਰਦਾਨੇ ਸਵੇਰ ਨੂੰ ਚੱਲਾਂਗੇ। ਦੋਹਰਾ ਭਈ ਪੁਰ ਗੁਰ ਬਚਪੈ। ਸਵੇਰ ਜਦੋਂ ਹੋਈ ਸਤਿਗੁਰੂ ਨੇ ਬਚਨ ਆਖੇ, ਜਿਤ ਕਰਤਾਰ। ਕਹਿਣ ਲੱਗੇ ਭਾਈ ਲਾਲੋ ਤੈਨੂੰ ਸਦਾ ਹੀ ਚਿੱਤ ਦੇ ਵਿੱਚ ਕਰਤਾਰ ਚੇਤੇ ਆਵੇ। ਅਨੰਦ ਦੇਸ਼ ਕੋ ਰਮਤ ਹੈ। ਹੁਣ ਅਸੀਂ ਹੋਰ ਜਗ੍ਹਾ ਨੂੰ, ਹੋਰ ਇਲਾਕੇ ਨੂੰ ਚੱਲਦੇ ਹਾਂ, ਦੇਖਣ ਜੇ ਤਮਾਰ। ਕਿਉਂਕਿ ਹੋਰ ਇਲਾਕਿਆਂ ਨੂੰ ਦੇਖਣ ਦਾ ਸਾਡੇ ਮਨ ਵਿੱਚ ਹੇਤ ਹੈ। ਸਾਡੇ ਮਨ ਦਾ ਇਹ ਪੁਰਨਾ ਹੈ, ਪ੍ਰੇਮ ਹੈ। ਸਈਆ ਆਵਣ ਗਉਣ ਭਇਓ ਤਜ ਭਨ ਕੋ ਪਾਉਣ ਕੋ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੋਂ ਕਹਿੰਦਾ ਕੀ ਔਗਣ ਹੋ ਗਿਆ, ਕੀ ਗੁਨਾਹ ਹੋ ਗਿਆ, ਮੇਰਾ ਘਰ ਛੱਡ ਕੇ ਜਾ ਰਹੇ ਹੋ। ਭਾਈ ਲਾਲੋ ਕਹਿੰਦਾ, ਕੰਮ ਕਰੋ ਦਰਦ ਕਿਉ ਨਾ ਰਹੋ। ਮਹਾਰਾਜ ਸੱਚੇ ਪਾਤਸ਼ਾਹ ਕਿਉਂ ਇੰਨੀ ਜਲਦੀ ਜਾ ਰਹੇ ਹੋ, ਕਿਉਂ ਨਹੀਂ ਰਹਿੰਦੇ ਮੇਰੇ ਘਰੇ। ਜਾਨੋ ਦਾਸ ਨਸੈ ਸੁਖ ਰਾਸ। ਇਹ ਸੁੱਖਾਂ ਦੇ ਖਜ਼ਾਨਾ ਰੂਪ ਸਤਿਗੁਰੂ ਜੀ ਮੈਨੂੰ ਆਪਣਾ ਦਾਸ ਸੇਵਕ ਜਾਣੋ। ਦਾਸ ਪਏ ਜਗਵਾਦ ਕਾ। ਤੇ ਮਹਾਰਾਜ ਆਪ ਜੀ ਕਿਵੇਂ ਉਦਾਸ ਜੇ ਹੋ ਕੇ ਉਹ ਜਿਹੀਆਂ ਗੱਲਾਂ ਕਹਿ ਰਹੇ ਹੋ। ਸ੍ਰੀ ਪ੍ਰਭ ਭਗਤ ਅਗਣ ਤੋਰਨਾ। ਮਹਾਰਾਜ ਕਹਿੰਦੇ ਭਾਈ ਲਾਲੋ ਤੂੰ ਤਾਂ ਸਾਡਾ ਬੜਾ ਪਿਆਰਾ ਸਿੱਖ ਹੈ, ਤੇਰੇ ਵਿੱਚ ਕੋਈ ਔਗਣ ਕੋਈ ਦੋਸ਼ ਨਹੀਂ ਹੈ। ਮਨ ਮੂਲ ਬਿਜੰਤ ਰਹਾ। ਹਾਂ ਕਹਿੰਦੇ ਜਿਹੜੇ ਮੂਰਖ ਮਨੁੱਖ ਹੈ ਉਹ ਸਾਨੂੰ ਦੇਖ ਦੇਖ ਕੇ ਐਵੇਂ ਖਿੱਚਦੇ ਰਹਿੰਦੇ ਹਨ। ਵੈ ਸਤ ਸੰਗ ਪ੍ਰਾਨ ਭਲੋ ਤੈ। ਕਹਿੰਦੇ ਜਿੱਥੇ ਸਤ ਸੰਗਤ ਹੋਵੇ ਉੱਥੇ ਹੀ ਸਾਡਾ ਰਹਿਣਾ ਭਲਾ ਚੰਗਾ ਹੈ। ਬਸ ਰਹਿਣ ਆਨੰਦ ਰਹਾ। ਔਰ ਦਿਨ ਰਾਤ ਕਹਿੰਦੇ ਉੱਥੇ ਆਨੰਦ ਵਰਤਦਾ ਹੈ। ਸੰਤ ਮਦੋ ਪਰਮੇਸ਼ਰ ਅੰਗ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਮੱਤ ਸੰਤਾਂ ਵਾਲੀ ਹੈ, ਪਰਮੇਸ਼ਰ ਸਦਾ ਆਪਦੇ ਅੰਗ ਸੰਗ ਹੈ। ਲੋਕ ਤੁਮੈ ਬਿਨ ਕਿਉ ਤਬ ਪਾਵੈ। ਮਹਾਰਾਜ ਸੱਚੇ ਪਾਤਸ਼ਾਹ ਫੇਰ ਲੋਕ ਆਪ ਜੀ ਨੂੰ ਦੇਖ ਦੇਖ ਕੇ ਕਿਉਂ ਖਿੱਚਦੇ ਆ, ਦੁੱਖ ਪਾਉਂਦੇ ਹਨ। ਆਜ ਨਹੀਂ ਕੇ ਸੰਗ ਤੁਮਾਰ। ਤੁਹਾਡਾ ਤਾਂ ਮਹਾਰਾਜ ਉਹਨਾਂ ਦੇ ਨਾਲ ਕੋਈ ਕੰਮਕਾਜ ਵੀ ਨਹੀਂ, ਕੋਈ ਸੰਬੰਧ ਵੀ ਨਹੀਂ ਹੈ। ਅਜੀ ਮੈਂ ਪਜੀ ਪਵੈ ਜੋ ਗਲਾਵੈ। ਕਿਉਂ ਇਹ ਇਹੋ ਜਿਹੀਆਂ ਗੱਲਾਂ ਵਿੱਚ, ਨਿੰਦਿਆ ਚੁਗਲੀ ਵਿੱਚ ਪਚ ਕੇ ਸੰਸਾਰ ਦੇ ਵਿੱਚ ਲੋਕ ਦੁਖੀ ਹੁੰਦੇ ਹਨ। ਸੰਤਨ ਸੋ ਮਿਲ ਬੋਲਨ ਬੈਸਨ। ਮਹਾਰਾਜ ਸੱਚੇ ਪਾਤਸ਼ਾਹ ਸੰਤਾਂ ਦੇ ਨਾਲ ਮਿਲ ਕੇ ਬੋਲਣਾ ਬੈਠਣਾ ਫੇਰ ਤਰੀ ਹਿਰਦਾ ਰਸਾਮੈ। ਤੇ ਆਪ ਜੀ ਦੇ ਦਰਸ਼ਨ ਕਰਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਹਿਰਦਾ ਖੇੜੇ ਵਿੱਚ ਆ ਜਾਂਦਾ ਹੈ। ਹੋਏ ਪ੍ਰਵਾਸਨ ਹੋਏ ਪ੍ਰਵਾਸ ਰਹੋ। ਆਪ ਜੀ ਕਿਰਪਾ ਕਰੋ, ਕੁਝ ਦਿਨ ਤਾਂ ਹੋਰ ਮੇਰੇ ਘਰ ਰਹੋ। ਸੁਖ ਰਾਸ ਪਰੇ ਤੁਮ ਭਾਹੈ। ਇਹ ਸੁੱਖਾਂ ਦੇ ਖਜ਼ਾਨਾ ਰੂਪ ਮਹਾਰਾਜ ਜਿਵੇਂ ਆਪ ਜੀ ਨੂੰ ਭਾਵੇ, ਫਿਰ ਆਪ ਜੀ ਦੀ ਮਰਜ਼ੀ ਹੈ। ਸੁਣ ਸੁਣੇ ਪਰ ਫੇਰ ਕਹਿਓ ਤੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਆਹ ਬਚਨ ਕੰਨੀ ਸੁਣੇ, ਭਾਈ ਲਾਲੋ ਨੂੰ ਕਹਿਣ ਲੱਗੇ, ਸਾਕਾ ਏ
ਕਹਿੰਦੇ ਭਾਈ ਲਾਲੋ ਤੂੰ ਸੱਚ ਕਹਿਣਾ, ਇਹਦੇ ਵਿੱਚ ਰੱਤੀ ਮਾਤਰ ਵੀ ਝੂਠ ਨਹੀਂ। ਸੰਸਾਰ ਵਿਆਕੁਲ ਸੰਸਾਰ ਆ ਨਾ ਜਿਹੜਾ, ਇਹ ਬੜਾ ਵਿਕਰਾਲ, ਬੜਾ ਵਿਆਕੁਲਤਾ ਦਾ ਘਰ ਹੈ ਸੰਸਾਰ। ਬੜੇ ਦੁੱਖ ਹਨ ਇਹ ਸੰਸਾਰ ਦੇ ਵਿੱਚ, ਬਹੁਤ ਭਿਆਨਕ ਹੈ। ਸੰਸਾਰ ਦੇ ਲੋਕ ਅੱਗੇ ਪਰਲੋਕ ਦੀ ਕੋਈ ਖਬਰ ਜਾਣਦੇ ਨਹੀਂ ਬਿਲਕੁਲ। ਬੈਠਦੇ ਉੱਠਦੇ ਚੁੱਪ ਕਰਕੇ ਰਹੀਏ ਜਾਂ ਬੋਲੀਏ ਜਾਂ ਚੱਲੀਏ, ਕਹਿੰਦੇ ਸੰਸਾਰ ਦੇ ਲੋਕ ਆ ਨਾ ਇਹ ਕਿਤੇ ਵੀ ਮਿਉਂਦੇ ਨਹੀਂ, ਇਹਨਾਂ ਨਾਲ ਕਹਿੰਦੇ ਗੱਲਬਾਤ ਬਣਦੀ ਨਹੀਂ ਸਾਡੀ, ਨਾ ਕਹਿੰਦੇ ਇਹਨਾਂ ਦੇ ਨਾਲ ਭਲੇ ਬਣ ਕੇ ਗੁਜ਼ਾਰਾ ਹੁੰਦਾ ਹੈ। ਕਿਸੇ ਵੀ ਤਰੀਕੇ ਸੰਸਾਰ ਦੇ ਲੋਕਾਂ ਦੇ ਨਾਲ, ਨਿਰੰਕਾਰੀ ਲੋਕਾਂ ਦੀ, ਭਗਤ ਲੋਕਾਂ ਦੀ ਬਣ ਨਹੀਂ ਆਉਂਦੀ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਦੀ ਤੇ ਸਾਧ ਸੰਗਤ ਜੀ ਸੰਸਾਰ ਦੇ ਲੋਕਾਂ ਦੀ ਆਪਸ ਵਿੱਚ ਉਹਨਾਂ ਦਾ ਜੋੜ ਕਦੇ ਬਹਿੰਦਾ ਨਹੀਂ। ਇਸ ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਪੰਜ ਭੀਤੀਓ, ਪੰਜ ਪ੍ਰਕਾਰ ਦੀਆਂ ਜਿਹੜੀਆਂ ਕੰਧਾਂ ਹਨ, ਜਾਂ ਪੰਜ ਪ੍ਰਕਾਰ ਦੇ ਜਿਹੜੇ ਦੁੱਖ ਰੋਗ ਵਿਕਾਰ ਆਦਿਕ ਹਨ, ਇਹਨਾਂ ਰੂਪੀ ਕੰਧ ਹੈ, ਪੰਜਾਂ ਰੂਪੀ। ਕਹਿੰਦੇ ਇਹ ਸੰਸਾਰ ਦੇ ਵਿੱਚ ਕਿਵੇਂ ਇੱਜ਼ਤ ਮਾਣ ਰੱਖੀਏ। ਜੇਕਰ ਕਹਿੰਦੇ ਬੋਲੀਏ, ਕੋਈ ਵਚਨ ਕਰਦੇ ਆ ਸੰਸਾਰ ਦੇ ਲੋਕਾਂ ਦੇ ਨਾਲ, ਫਿਰ ਕਹਿੰਦੇ ਵੀ ਇਹ ਤਾਂ ਬੋਲਦਾ ਹੀ ਬਹੁਤ ਆ, ਬੜੀ ਬੜਬੜ ਕਰਦਾ ਹੈ। ਜੇ ਕਹਿੰਦੇ ਚੁੱਪ ਕਰੇ ਰਹੀਏ ਤੇ ਫਿਰ ਵੀ ਲੋਕ ਕਹਿੰਦੇ ਹਨ, ਕਹਿੰਦੇ ਇਹਨੂੰ ਤਾਂ ਕੋਈ ਅਕਲ ਮੱਤ ਨਹੀਂ ਹੈ, ਇਹ ਬੋਲਦਾ ਹੀ ਨਹੀਂ ਕਿਸੇ ਨਾਲ, ਆਪਣੀ ਗੁਮਾਨ ਵਿੱਚ ਰਹਿੰਦਾ ਹੈ। ਜੇ ਕਹਿੰਦੇ ਬੈਠ ਜਾਈਏ ਕਿਸੇ ਜਗ੍ਹਾ ਟਿਕ ਕੇ ਤਾਂ ਕਹਿੰਦੇ ਹਨ, ਕਹਿੰਦੇ ਲੈ ਸਾਧ ਆ ਕੇ ਇੱਥੇ ਸੱਥਰ ਵਿਛਾ ਕੇ ਬਹਿ ਗਿਆ। ਜੇ ਕਹਿੰਦੇ ਉੱਠ ਕੇ ਚਲੇ ਜਾਈਏ ਲੋਕਾਂ ਦੀਆਂ ਗੱਲਾਂ ਸੁਣ ਕੇ ਦੁਖੀ ਹੋ ਕੇ, ਫਿਰ ਕਹਿੰਦੇ ਆ ਲੈ ਵੀ ਸਾਡੇ ਕੀ ਇੱਥੇ ਰੋਟੀ ਨਹੀਂ ਸੀ ਮਿਲਦੀ, ਆ ਸਾਧ ਸਾਡੇ ਸਿਰ 'ਚ ਸਵਾਹ ਪਾ ਗਿਆ, ਦੂਜੀ ਜਗ੍ਹਾ ਜਾ ਕੇ ਬਹਿ ਗਿਆ। ਜੇਕਰ ਇਹਨਾਂ ਦੇ ਅੱਗੇ ਨੀਵੀਂ ਪਾ ਕੇ ਰਹੀਏ, ਨਿਮਰਤਾ ਨਾਲ ਰਹੀਏ, ਫਿਰ ਕਹਿੰਦੇ ਇਹ ਐਵੇਂ ਨਹੀਂ ਕਹਿੰਦੇ ਸਿਰ ਨਿਵਾਉਂਦਾ, ਡਰਦਾ ਸਾਡੀ ਭਗਤੀ ਕਰਦਾ, ਸਾਡਾ ਹੁਕਮ ਚੱਲਦਾ ਇਹਦੇ ਤੇ। ਕਿਸੇ ਗੱਲੋਂ ਵੀ ਕਹਿੰਦੇ ਲੋਕਾਂ ਦੇ ਨਾਲ ਜੋੜ ਬਣ ਨਹੀਂ ਆਉਂਦਾ। ਕਹਿੰਦੇ ਕਿੱਥੇ ਬਹਿ ਕੇ ਝੱਟ ਲੰਘਾਈਏ, ਕਿੱਥੇ ਸਮਾਂ ਗੁਜ਼ਾਰੀਏ, ਲੋਕ ਤਾਂ ਦੁਨੀਆ ਦੇ ਕਿਸੇ ਪਾਸਿਓਂ ਵੀ ਨਹੀਂ ਲੋਟ ਆਉਂਦੇ। ਇੱਥੇ ਅਤੇ ਉੱਥੇ, ਲੋਕ ਤੇ ਪਰਲੋਕ ਦੇ ਵਿੱਚ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਹੀ ਪਤ ਇੱਜ਼ਤ ਅਬਰੋ ਰੱਖੇ, ਫਿਰ ਕਹਿੰਦੇ ਰਹਿ ਸਕਦੀਆਂ, ਨਹੀਂ ਦੁਨੀਆ ਦੇ ਲੋਕਾਂ ਨਾਲ ਕਦੇ ਪੂਰਾ ਨਹੀਂ ਆਇਆ ਜਾ ਸਕਦਾ। ਦੁਨੀਆ ਨਹੀਂ ਜਿੱਤੀ ਜਾ ਸਕਦੀ, ਜਿੰਨੇ ਮੂੰਹ ਉਨੀਆਂ ਗੱਲਾਂ। ਆਮ ਆਪਾਂ ਕਹਾਵਤ ਸੁਣਦੇ ਆ ਬਈ ਆਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਆ ਤੇ ਜਹਾਨ ਨੂੰ ਦੋਵੇਂ ਪਾਸੇ ਹੁੰਦੇ ਆ। ਲੋਕਾਂ ਦੀ ਜ਼ੁਬਾਨ ਨਹੀਂ ਫੜੀ ਜਾ ਸਕਦੀ। ਲੋਕਾਂ ਦਾ ਕੰਮ, ਦੁਨੀਆ ਦਾ ਕੰਮ, ਕੁਝ ਨਾ ਕੁਝ ਕਹਿੰਦੇ ਹੀ ਰਹਿਣਾ। ਇਹ ਕਿਸੇ ਗੱਲੋਂ ਵੀ ਸਾਧ ਸੰਗਤ ਜੀ ਕਦੇ ਖੁਸ਼ ਨਹੀਂ ਹੁੰਦੀ ਦੁਨੀਆ। ਇਸ ਕਰਕੇ ਦੁਨੀਆ ਨੂੰ ਖੁਸ਼ ਕਰਨ ਦੀ ਬਜਾਏ ਰੱਬ ਨੂੰ ਖੁਸ਼ ਕਰ ਲਈਏ, ਉਹ ਰੱਬ ਹੀ ਇੱਜ਼ਤ ਪੱਤ ਰੱਖੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇੱਜ਼ਤ ਪੱਤ ਰਹਿ ਸਕਦੀ ਆ। ਸੋ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜਾ ਇਹ ਵਚਨ ਉਚਾਰਿਆ ਨਾ, ਇਹ ਭਾਈ ਬੰਨੋ ਵਾਲੀ ਬੀੜ ਵਿੱਚ ਸ਼ਬਦ ਹੈ। ਉੱਥੇ ਸਤਿਗੁਰੂ ਨਾਨਕ ਦੇਵ ਜੀ ਦਾ ਸ਼ਬਦ ਕਰਕੇ ਲਿਖਿਆ, ਪਰ ਕਰਤਾਰਪੁਰੀ ਬੀੜ ਵਿੱਚ ਤੇ ਦਮਦਮੀ ਬੀੜ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਉੱਤੇ ਸਥਾਪਨ ਨੇ ਹੁਣ ਇਸ ਸਰੂਪ ਦੇ ਵਿੱਚ, ਇਹ ਸ਼ਬਦ ਨਹੀਂ ਹੈ। ਸੋ ਇਹ ਸ਼ਬਦ ਸਤਿਗੁਰੂ ਨੇ ਉੱਥੇ ਉਚਾਰਨ ਕੀਤਾ। ਸੁਣ ਲਾਲੋ ਸੰਸਾਰ ਤੇ, ਸਤਿਗੁਰੂ ਕਹਿਣ ਲੱਗੇ ਭਾਈ ਲਾਲੋ ਸੁਣ ਇਹ ਸੰਸਾਰ ਦੇ ਵਿੱਚ ਜੇ ਕਰਤਾਰ ਅਕਾਲ ਪੁਰਖ ਵਾਹਿਗੁਰੂ ਰੱਖਿਆ ਕਰੇ, ਫਿਰ ਕਹਿੰਦੇ ਇਸ ਸੰਸਾਰ ਵਿੱਚ ਰਹਿਣਾ ਬਣਦਾ ਹੈ, ਨਹੀਂ ਤਾਂ ਇਹ ਬਹੁਤ ਡੂੰਘਾ ਖਾਤਾ ਹੈ। ਫਿਰ ਬੜਾ ਉਦਾਸ ਬਿਰਤੀ ਧਾਰਨ ਕਰਕੇ ਹਿਰਦੇ ਵਿੱਚ ਭਾਈ ਮਰਦਾਨੇ ਨੇ ਦੇਖਿਆ ਕਿ ਜਿਹੜੇ ਮਤਮੰਦੀ ਵਾਲੇ ਲੋਕ ਹੈ ਇਹ ਦੇਖ ਦੇਖ ਕੇ ਦੁਖੀ ਹੁੰਦੇ ਹਨ। ਇਹ ਭਾਈ ਲਾਲੋ ਸੁਣ, ਇਉਂ ਜਿਹੜਾ ਮਨ ਬੜਾ ਦੁਖੀ ਹੋ ਜਾਂਦਾ ਹੈ।
ਬੰਦੇ। ਭਾਈ ਲਾਲੋ ਸਤਿਗੁਰੂ ਦੇ ਇਹ ਬਚਨ ਸੁਣ ਕੇ ਮਨ ਵਿੱਚ ਹੋਰ ਵੀ ਨਿਮਰਤਾਵਾਨ ਹੋ ਗਿਆ, ਬਾਰ-ਬਾਰ ਮੱਥਾ ਟੇਕਦਾ ਹੈ। ਏਕ ਮਾਸ ਮੁਦਰੋ ਭਵਸੁ। ਮਹਾਰਾਜ ਕਿਰਪਾ ਕਰੋ, 1 ਮਹੀਨਾ ਮੇਰੇ ਘਰ ਠਹਿਰੋ। ਬਿਨੈ ਲੋਕੋ ਸੁਆਮੀ। ਇਹ ਮੇਰੀ ਬੇਨਤੀ ਨੂੰ ਧਿਆਨ ਦੇ ਨਾਲ ਸੁਣੋ ਮਹਾਰਾਜ। ਕਰਮੋ ਜਦ ਇੱਛਾ ਜੋ ਮੈਂ। ਫੇਰ ਮਹਾਰਾਜ ਜਿੱਧਰ ਆਪ ਜੀ ਦੀ ਇੱਛਾ ਹੋਵੇ ਜਾ ਸਕਦੇ ਹੋ। ਸ੍ਰੀ ਗੁਰੂ ਅੰਤਰਜਾਮੀ। ਮਹਾਰਾਜ ਸੱਚੇ ਪਾਤਸ਼ਾਹ ਸ਼ੋਭਾ ਵਾਲੇ ਸਤਿਗੁਰੂ ਆਪ ਹਿਰਦਿਆਂ ਦੀ ਜਾਣਨ ਵਾਲੇ ਅੰਤਰਜਾਮੀ ਹੋ। ਤੇਗ ਦੀਨਤਾ ਦਾਸ ਵੀਰਤੀ। ਕਿਉਂ ਆਪਣੇ ਪਿਆਰੇ ਸੇਵਕ ਦੇ ਮਨ ਦੀ ਭਾਵਨਾ ਜਾਣ ਕੇ ਮਾਨ ਲਏ ਤੇ ਲੈਣਾ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਉਹਦੇ ਵਚਨ ਮੰਨ ਲੈਣਾ ਕੀਤੇ। ਲਾਲੋ ਵਚਨ ਨਾ ਮੇਟਿਆ। ਸਤਿਗੁਰੂ ਕਹਿੰਦੇ ਭਾਈ ਲਾਲੋ ਤੇਰਾ ਵਚਨ ਮੇਟਿਆ ਨਹੀਂ ਜਾਂਦਾ। ਜਾਈ ਪੰਤ ਭਏ ਤੈ ਗੁਰਿਆ ਨਾਮ। ਸਤਿਗੁਰੂ ਗੁਣਾਂ ਦੇ ਸਾਗਰ ਇਉਂ ਕਹਿਣ ਲੱਗੇ, ਏਕ ਮਾਸ ਰਹੀਏ ਮਰਦਾਨਾ। ਭਾਈ ਮਰਦਾਨਾ 1 ਮਹੀਨਾ ਆਪਾਂ ਇੱਥੇ ਰਹਾਂਗੇ, ਬਾਲੋ ਕਰੈ ਬਿਆਨਾ। ਫੇਰ ਆਪਾਂ ਇੱਥੋਂ ਚਾਲਾਂ ਮਾਰਾਂਗੇ ਅੱਗੇ। ਕਾਰਜ ਕੋ ਕਰ ਕੈਸੇ। ਹੁਣ ਕਹਿੰਦੇ ਇੰਨੀ ਭਾਵਨਾ ਨਾਲ ਸਿੱਖ ਨੇ ਕਿਹਾ, ਇਹਦਾ ਤਿਰਸਕਾਰ ਕਿਵੇਂ ਕਰ ਦਈਏ, ਕਿਵੇਂ ਨਿਰਾਦਰ ਕਰੀਏ, ਗਿਆਨ ਸੁਤਾਨਾ। ਕਿਵੇਂ ਇਹਦਾ ਨਿਰਾਦਰ ਕਰਕੇ ਹੋਰ ਜਗ੍ਹਾ ਜਾ ਸਕਦੇ ਹਾਂ। ਰਵੇ ਦਿਆਲੇ ਮਨਾਵਤ। ਕਿਉਂ ਦਿਆਲੂ ਸਤਿਗੁਰੂ ਜੀ ਐਮਨਾਬਾਦ ਨਗਰ ਵਿੱਚ ਰਹਿ ਪਏ। ਪਾਸਰ ਦੋਏ ਬਤੀਤੇ। 2 ਦਿਨ ਬਤੀਤ ਹੋ ਗਏ। ਕਰਨਾ ਤੇ ਜਨਮ ਮਰਨ ਗਤ। ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜਨਮ ਅਤੇ ਮਰਨ ਤੋਂ ਗਤੀ ਹੋ ਜਾਂਦੀ, ਮੁਕਤੀ ਮਿਲ ਜਾਂਦੀ ਹੈ। ਨਾਮ ਜਪੇ ਜਮ ਪੀਤੇ। ਔਰ ਸਤਿਗੁਰੂ ਦਾ ਨਾਮ ਜਪਣ ਦੇ ਨਾਲ ਜਮਾਂ ਦਾ ਜਿਹੜਾ ਡਰ ਉਹ ਦੂਰ ਹੋ ਜਾਂਦਾ ਹੈ। ਸੋ ਸਮਾਪਤੀ ਦਾ ਸਮਾਂ ਹੋ ਚੁੱਕਿਆ। ਆਓ ਕਥਾ ਵਿਚਾਰਾਂ ਨੂੰ ਇੱਥੇ ਵਿਸ਼ਰਾਮ ਦਿੰਦੇ ਹਾਂ। ਬਾਕੀ ਰਹਿੰਦਾ ਇਤਿਹਾਸ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਰਲ ਮਿਲ ਕੇ ਆਪਾਂ ਸਾਂਝਾ ਕਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸੰਗਤਾਂ ਨੇ ਖਿਮਾ ਬਖਸ਼ਣੀ। ਵਿਦਵਾਨ ਸੱਜਣਾ ਨੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਸਤਿਗੁਰੂ ਸੇਵਾ ਅਤੇ ਸਿਮਰਨ ਦੀ ਦਾਤ ਦੇ ਨਾਲ ਨਿਵਾਜਣ।